ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਕੀ ਹਾਲ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੇ ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ਉੱਤੇ ਗੱਲਬਾਤ ਕਰਦੇ ਹਾਂ ਤੇ ਚਰਚਾ ਕਰਦੇ ਹਾਂ ਕਿ ਆਖਿਰ ਕੀ ਕੁਝ ਇਸ ਵਿੱਚ ਲੋਕਾਂ ਦੀ ਰਾਏ ਹੈ ਤੇ ਰਾਜਨੀਤਿਕ ਆਗੂ ਕੀ ਕੁਝ ਕਹਿੰਦੇ ਨੇ। ਸਮਾਜਿਕ ਮੁੱਦਿਆਂ ਦੀ ਗੱਲ ਕੀਤੀ ਜਾਏ ਤੇ ਲਗਾਤਾਰ ਸਮਾਜ ਦੇ ਵਿੱਚ ਖਾਸ ਕਰ ਪੰਜਾਬ ਦੇ ਵਿੱਚ ਜਿਹੜੀ ਸਮੱਸਿਆਵਾਂ ਜਿਹੜੇ ਕਿ ਆਮ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਉਸ ਬਾਰੇ ਵੀ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ। ਤੇ ਇਨ ਦਿਨਾਂ ਚਰਚਾ ਦੇ ਵਿੱਚ ਬਣਿਆ ਹੈ ਜੈਨੀ ਜੋਹਲ ਦਾ ਗਾਣਾ ਲੈਟ ਟੂ ਸੀਐਮ, ਜਿਸ ਨੂੰ ਲੈ ਕੇ ਵਿਵਾਦ ਖੜਾ ਹੋਇਆ। ਸਿਆਸੀ ਹਲਚਲ ਵੀ ਬਹੁਤ ਜ਼ਿਆਦਾ ਹੋਈ ਤੇ 48 ਘੰਟਿਆਂ ਦੇ ਬਾਅਦ ਇਸ ਗਾਣੇ ਨੂੰ YouTube ਤੋਂ ਬੈਨ ਕਰ ਦਿੱਤਾ ਜਾਂਦਾ ਹੈ, ਬਲੌਕ ਕਰ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਕਾਪੀਰਾਈਟ ਦੇ ਇਸ਼ੂ ਕਰਕੇ ਜਿਹੜਾ ਹੈ ਇਹ ਗਾਣਾ ਬੈਨ ਕੀਤਾ ਗਿਆ ਹੈ। ਲੇਕਿਨ ਇਹ ਕੋਈ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦਾ SYL Song ਆਇਆ ਸੀ YouTube ਤੇ, ਉਸ ਨੂੰ ਵੀ ਜਿਹੜਾ ਹੈ ਬੈਨ ਕਰ ਦਿੱਤਾ ਗਿਆ ਸੀ। ਹਾਲਾਂਕਿ ਆਰਟਿਸਟ ਉੱਤੇ ਕਿਹਾ ਜਾਂਦਾ ਹੈ ਜਾਂ ਉਹਨਾਂ ਦੇ ਗਾਣਿਆਂ ਦੇ ਲਈ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਜਿਹੜਾ ਕੰਟਰੋਲ ਕਰਨਾ ਉਹ ਸਹੀ ਨਹੀਂ ਹੈ, ਉਹਨਾਂ ਦੀ ਵੀ ਆਪਣੀ ਇੱਕ ਆਜ਼ਾਦੀ ਹੈ। ਲੇਕਿਨ ਕਿਤੇ ਨਾ ਕਿਤੇ ਕੰਟੈਂਟ ਨੂੰ ਲੈ ਕੇ ਜਾਂ ਉਸ ਵਿੱਚ ਜਿਹੜੀ ਵਰਤੀ ਵੀ ਚੀਜ਼ਾਂ ਨੇ ਉਸ ਨੂੰ ਹਮੇਸ਼ਾ ਕਿਹਾ ਜਾਂਦਾ ਹੈ ਕਿ ਉਹ ਗਲਤ ਤਰੀਕੇ ਦੇ ਨਾਲ ਇਸਤੇਮਾਲ ਕੀਤੀ ਗਈ ਹੈ, ਜਾਂ ਜਿਹੜੇ ਗਾਣਾ ਬਣਾਉਣ ਵਾਲੇ ਨੇ ਜਾਂ ਜਿਹੜੇ ਮਿਊਜ਼ਿਕ ਕੰਪੋਜ਼ਰ ਨੇ ਉਸ ਚੀਜ਼ ਦਾ ਧਿਆਨ ਨਹੀਂ ਰੱਖਦੇ ਕਿ ਕਿਸ ਤਰੀਕੇ ਦੇ ਨਾਲ ਕਿਹੜਾ ਗਾਣਾ ਪ੍ਰੈਜ਼ੈਂਟ ਕਰਨਾ ਹੈ। ਹਮੇਸ਼ਾ ਤੋਂ ਇਹ ਚਰਚਾ ਦਾ ਮੁੱਦਾ ਰਿਹਾ ਹੈ। ਹਾਲਾਂਕਿ ਇਸ ਪੂਰੇ ਮੁੱਦੇ ਨੂੰ ਲੈ ਕੇ ਫਿਲਹਾਲ ਆਮ ਆਦਮੀ ਪਾਰਟੀ ਵੱਲੋਂ ਤਾਂ ਕੋਈ ਰਿਐਕਸ਼ਨ ਨਹੀਂ ਆਇਆ, ਲੇਕਿਨ ਕਾਂਗਰਸੀ ਜਿਹੜੇ ਲੀਡਰਸ ਨੇ, ਖਾਸ ਕਰ CLP ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਜਿਹੜੇ ਕਿ ਆਮ ਆਦਮੀ ਪਾਰਟੀ ਮੋਦੀ ਸਰਕਾਰ ਨੂੰ ਜਮਹੂਰੀਅਤ ਦਾ ਕਤਲ ਕਰਨ ਵਾਲੀ ਪਾਰਟੀ ਦੱਸਦੀ ਹੈ, ਆਪ ਉਹ ਖੁਦ ਪੰਜਾਬ ਦੇ ਵਿੱਚ ਕੀ ਕੁਝ ਕਰ ਰਹੀ ਹੈ। ਤੇ ਅੱਜ ਪੂਰੇ ਇਸ ਮੁੱਦੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਸਾਡੇ ਡਿਪਟੀ ਐਡੀਟਰ ਨੇ ਅਮਨਦੀਪ ਸਿੰਘ, ਇਸ ਤੋਂ ਇਲਾਵਾ ਸਿਆਸੀ ਮਾਹਿਰ ਨੇ ਗੌਰਵ ਗੌਤਮ ਤੇ ਸਾਡੇ ਸਹਿਯੋਗੀ ਸ਼ਸ਼ਾਂਕ ਜੁੜ ਗਏ ਨੇ। ਸਭ ਤੋਂ ਪਹਿਲਾਂ ਅਮਨ ਜੀ, ਤੁਸੀਂ ਪੂਰਾ ਇਹ ਵਿਵਾਦ ਦੇਖਿਆ, ਗਾਣਾ ਲੈਟਰ ਟੂ ਸੀਐਮ, ਪਿਕਚਰਾਈਜੇਸ਼ਨ ਵੀ ਦੇਖੀ, ਗਾਣਾ ਵੀ ਦੇਖਿਆ, ਆਖਿਰ ਵਿਵਾਦ ਇਸ ਨੂੰ ਲੈ ਕੇ ਬਣਦਾ ਸੀਗਾ ਜਾਂ ਫਿਰ ਉਹ ਸਿਰਫ ਇੱਕ ਕਿਹਾ ਜਾਏ ਕਿ ਸਰਕਾਰਾਂ ਨੂੰ ਡਰ ਲੱਗ ਗਿਆ ਇਸ ਚੀਜ਼ ਕਿ ਕਿਤੇ ਨਾ ਕਿਤੇ ਲੋਕੀ ਹੁਣ ਇੱਕ ਵਾਰ ਫਿਰ ਤੋਂ, ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਜਸਟਿਸ ਫॉर ਸਿੱਧੂ ਮੂਸੇਵਾਲਾ ਹੱਲੇ ਵੀ ਚੱਲ ਰਿਹਾ ਹੈ। ਬਿਲਕੁਲ, ਇਸ ਗਾਣੇ ਦੇ ਵਿੱਚ ਦੋ ਚੀਜ਼ਾਂ ਸੀਗੀਆਂ, ਇੱਕ ਤਾਂ ਇਨਸਾਫ ਦੀ ਮੰਗ, ਦੂਜੇ ਸੀਗੇ ਆਰੋਪ ਸੀਗੇ ਸਮੇਂ ਦੀ ਸਰਕਾਰ, ਜਿਹੜੀ ਸਟੇਟ ਦੀ ਸਰਕਾਰ ਹੈ ਉਹਦੇ ਤੇ ਸਿੱਧੇ ਆਰੋਪ ਸੀਗੇ ਕਿ ਇਸ ਵਾਰੀ ਇਸ ਕੇਸ ਦੇ ਵਿੱਚ ਸਹੀ ਇਨਵੈਸਟੀਗੇਸ਼ਨ ਨਹੀਂ ਹੋਈ। ਉਹਨਾਂ ਨੇ ਆਰੋਪ ਲਗਾਇਆ ਕਿ ਇਨਵੈਸਟੀਗੇਸ਼ਨ ਠੀਕ ਨਹੀਂ ਹੋਈ, ਉਹ ਠੀਕ ਹੋਣੀ ਚਾਹੀਦੀ ਸੀ, ਇਨਸਾਫ ਹਜੇ ਤੱਕ ਨਹੀਂ ਮਿਲਿਆ। ਸਿੱਧੂ ਮੂਸੇਵਾਲਾ ਦੀ ਮੌਤ ਦਾ ਇਨਸਾਫ, ਜਿੱਥੇ ਪੂਰਾ ਪੰਜਾਬ ਉਸ ਚੀਜ਼ ਨੂੰ ਦੇਖਣਾ ਚਾਹੁੰਦਾ ਕਿ ਇਹਦਾ ਕੀ ਹੋ ਰਿਹਾ, ਇਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕੀ ਹੋ ਰਹੀ ਹੈ, ਇੰਨੀ ਇਨਵੈਸਟੀਗੇਸ਼ਨ ਹੋ ਰਹੀ ਹੈ, ਇੰਨੀਆਂ ਰਿਪੋਰਟਸ ਬਣ ਰਹੀਆਂ, ਇੰਨੀਆਂ ਕਮੇਟੀਆਂ ਬਣ ਰਹੀਆਂ, ਤੇ ਉਹਨਾਂ ਦਾ ਰਿਜ਼ਲਟ ਕੀ ਨਿਕਲਦਾ ਹੈ। ਗ੍ਰਿਫਤਾਰੀਆਂ ਹੁੰਦੀਆਂ, ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ, ਇਨਵੈਸਟੀਗੇਸ਼ਨ ਚੱਲਦੀ ਆ ਰਹੀ ਹੈ ਤੇ ਹਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੇ ਪਰਪਸ ਨਾਲ ਸਿੱਧੂ ਮੂਸੇਵਾਲਾ ਨੂੰ ਮਾਰਿਆ ਸੀ। ਤਾਂ ਇਹ ਸਵਾਲ ਤਾਂ ਹੈ ਹੀ ਹੈ। ਜੇ ਇਹ ਵੱਡਾ ਸਵਾਲ ਹੈ, ਔਰ ਇਹ ਪਹਿਲੀ ਵਾਰ ਵੀ ਨਹੀਂ ਹੈ ਕਿ ਕਿਸੇ ਸਿੰਗਰ ਦਾ ਕੋਈ ਗੀਤ ਤੁਸੀਂ ਬੈਨ ਕੀਤਾ ਹੋਵੇ ਜਾਂ ਸਰਕਾਰਾਂ ਨੇ ਬੈਨ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਕਈ ਗੀਤ ਬੈਨ ਹੋਏ। ਈਵਨ ਸਿੱਧੂ ਮੂਸੇਵਾਲਾ ਦਾ ਆਪਣਾ ਗੀਤ ਸੀਗਾ 295, ਉਹ ਵਿਵਾਦਾਂ ਦੇ ਵਿੱਚ ਰਿਹਾ। ਉਸ ਤੋਂ ਬਾਅਦ SYL, ਉਹਨਾਂ ਦੀ ਮੌਤ ਤੋਂ ਬਾਅਦ ਉਹ ਗੀਤ ਬੈਨ ਹੋਇਆ ਇੰਡੀਆ ਦੇ ਵਿੱਚ ਉਹ YouTube ਤੇ ਨਹੀਂ ਹੈ। ਤੇ ਹੋਰ ਵੀ ਕਈ ਗੀਤ ਹੈ ਜਿਹੜੇ ਵਿਵਾਦਾਂ ਦੇ ਵਿੱਚ ਆਉਂਦੇ ਆ, ਉਹ ਚਾਹੇ ਧਾਰਮਿਕ ਵਿਵਾਦ ਹੋਵੇ, ਰਾਜਨੀਤਿਕ ਵਿਵਾਦ ਹੋਵੇ ਜਾਂ ਕੋਈ ਹੋਰ ਹੋਵੇ। ਤੇ ਸਰਕਾਰਾਂ ਨੂੰ ਹਮੇਸ਼ਾ ਡਰ ਹੁੰਦਾ ਹੈ ਸਵਾਲ ਪੁੱਛਣ ਵਾਲਿਆਂ ਤੋਂ। ਪੰਜਾਬ ਦਾ ਯੂਥ ਜਦੋਂ ਸਵਾਲ ਪੁੱਛਦਾ ਹੈ ਆਪਦੀ ਕਲਾ ਦੇ ਨਾਲ, ਆਪਦੇ ਗੀਤਾਂ ਦੇ ਰਾਹੀਂ, ਆਪਦੇ ਸਵਾਲ ਜਦੋਂ ਉਹ ਰੱਖਦੇ ਆ ਸਰਕਾਰ ਦੇ ਕੋਲ ਕਿ ਸਾਨੂੰ ਇਸ ਚੀਜ਼ ਦਾ ਇਹ ਰਿਜ਼ਲਟ ਮਿਲਣਾ ਚਾਹੀਦਾ ਸੀ ਪਰ ਕਿਉਂ ਨਹੀਂ ਮਿਲਿਆ, ਜਦੋਂ ਇਹ ਗੱਲਾਂ ਹੁੰਦੀਆਂ ਤਾਂ ਲੋਕਾਂ ਨੂੰ ਇੱਕ ਹੌਸਲਾ ਮਿਲਦਾ ਕਿ ਸਾਡੇ 'ਚੋਂ ਕੋਈ ਸਵਾਲ ਪੁੱਛਣ ਵਾਲਾ ਹੈ। ਪਰ ਉਸੇ ਸਮੇਂ ਲੋਕਾਂ ਦੇ ਵਿੱਚ ਡਰ ਪੈਦਾ ਹੋ ਜਾਂਦਾ ਜਦੋਂ ਸਰਕਾਰਾਂ ਉਹਨਾਂ ਸਵਾਲਾਂ ਨੂੰ ਦਬਾਉਂਦੀਆਂ। ਸਰਕਾਰ ਜਦੋਂ ਲੋਕਾਂ ਨੂੰ ਦੱਸ ਦਿੰਦੀ ਹੈ ਕਿ ਤੁਹਾਨੂੰ ਸਵਾਲ ਪੁੱਛਣ ਦਾ ਹੱਕ ਨਹੀਂ ਹੈ, ਤਾਂ ਉਸ ਸਮੇਂ ਪੰਜਾਬ ਹੋਵੇ, ਚਾਹੇ ਭੋਪਾਲ ਹੋਵੇ, ਚਾਹੇ ਕੋਈ ਹੋਰ ਸਟੇਟ ਹੋਵੇ ਜਾਂ ਕੋਈ ਹੋਰ ਦੇਸ਼ ਹੋਵੇ, ਹਰ ਜਗ੍ਹਾ ਤੇ ਜਦੋਂ ਇਹੋ ਜਿਹਾ ਕੁਝ ਹੋਊਗਾ ਤਾਂ ਲੋਕਾਂ ਦੇ ਵਿੱਚ ਵਿਰੋਧ ਤੇ ਵਿਦਰੋਹ ਉਮੜੂਗਾ, ਲੋਕਾਂ ਦੇ ਵਿੱਚ ਵਿਰੋਧ ਵੀ ਵਧੂਗਾ, ਰੋਸ ਵੀ ਵਧੂਗਾ। ਤੇ ਉਹੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ। ਜਦੋਂ ਅਸੀਂ ਦੇਖਦੇ ਹਾਂ ਜੈਨੀ ਜੋਹਲ ਦੇ ਗੀਤ ਦੇ ਨਾਲ, ਜੈਨੀ ਜੋਹਲ ਦੇ ਨਾਲ ਆ ਕੇ ਲੋਕੀ ਖੜ ਗਏ, ਸਿੱਧੂ ਮੂਸੇਵਾਲਾ ਦੇ ਪੇਰੈਂਟਸ ਦੇ ਨਾਲ ਲੋਕੀ ਆ ਕੇ ਖੜ ਗਏ ਹੈ। ਲੋਕਾਂ ਦੇ ਵਿੱਚ ਇੱਕ ਸਪਿਰਿਟ ਬਣ ਰਹੀ ਹੈ ਕਿ ਉਹ ਸਰਕਾਰ ਦੇ ਖਿਲਾਫ ਬੋਲ ਕੇ, ਸਰਕਾਰ ਦੇ ਖਿਲਾਫ ਖੜੇ ਹੋ ਕੇ ਉਹ ਚਾਹੁੰਦੇ ਆ ਕਿ ਵਿਵਾਦ ਹੈ ਜਿਹੜਾ ਉਹ ਇੱਥੇ ਹੀ ਖਤਮ ਹੋਵੇ, ਪੂਰਾ ਇਨਸਾਫ ਮਿਲੇ। ਇਨਸਾਫ ਹੁਣ ਪੂਰਾ ਕਿੱਥੇ ਜਾ ਕੇ ਮਿਲੂਗਾ, ਕਿਵੇਂ ਮਿਲੂਗਾ, ਇਹ ਸਰਕਾਰ ਜ਼ਿਆਦਾ ਚੰਗੀ ਤਰ੍ਹਾਂ ਜਾਣਦੀ ਹੈ।
ਬਿਲਕੁਲ ਤੇ ਗੌਰਵ ਜੀ ਤੁਸੀਂ ਗੀਤ ਦੇ ਜਿਹੜੇ ਬੋਲ ਹੈ ਉਹ ਸੁਣੇ ਹੋਣਗੇ, ਫੋਟੋਜ਼ ਉਸ ਵਿੱਚ ਦਿਖਾਈ ਗਈ ਜਿਸ ਵਿੱਚ ਕਿਹਾ ਗਿਆ ਕਿ ਇੱਕ ਪਾਸੇ ਕਿਸੇ ਮਾਪਿਆਂ ਦਾ ਜਿਹੜਾ ਜਵਾਨ ਪੁੱਤ ਚਲਾ ਗਿਆ ਤੇ ਦੂਜੇ ਪਾਸੇ ਤੁਸੀਂ ਜਿਹੜਾ ਹੈ ਵਿਆਹ ਕਰਾਇਆ, ਤੇ ਹੋਰ ਵੀ ਕਾਫੀ ਕੁਝ ਉੱਥੇ ਸੀਐਮ ਦੀ ਪਿਕਚਰਸ ਇਸਤੇਮਾਲ ਕੀਤੀ ਗਈ, ਉਹਨਾਂ ਦੀ ਵਿਆਹ ਦੀ ਤਸਵੀਰਾਂ ਅਸੀਂ ਦੇਖੀਆਂ। ਇਨ ਚੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਠੀਕ ਹੈ ਤੁਸੀਂ ਪ੍ਰੋਟੈਸਟ ਕਰੋ, ਤੁਸੀਂ ਸਵਾਲ ਪੁੱਛ ਰਹੇ ਹੋ, ਲੇਕਿਨ ਕੀ ਇਸ ਤਰੀਕੇ ਦੇ ਨਾਲ ਪਰਸਨਲ ਲਾਈਫ ਨੂੰ ਇਨਵੋਲਵ ਕਰਨਾ ਕਿੰਨਾ ਕਿ ਸਹੀ ਮੰਨਦੇ ਹੋ ਇਸ ਚੀਜ਼ ਨੂੰ? ਮੈਮ ਗੱਲ ਸਭ ਤੋਂ ਵੱਡੀ ਇਹ ਹੈ ਕਿ ਜਿਨ੍ਹਾਂ ਦਾ ਬੱਚਾ ਮਰਦਾ ਸਭ ਤੋਂ ਜ਼ਿਆਦਾ ਮੁਸ਼ਕਿਲ ਤਾਂ ਉਹਨਾਂ ਲਈ ਹੁੰਦੀ ਹੈ ਜੀ। ਐਕਚੁਅਲੀ ਉਹਨਾਂ ਦੇ ਜਿਹੜੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਹੈਗੇ ਆ, ਉਹਨਾਂ ਦੇ ਵੀ ਸਭ ਤੋਂ ਜ਼ਿਆਦਾ ਡਰ ਇਸ ਗੱਲ ਦਾ ਬੈਠ ਗਿਆ ਉਹਨਾਂ ਦੇ ਦਿਲ ਦੇ ਵਿੱਚ ਕਿ ਇਹ ਜਿਹੜਾ ਮੁੱਦਾ ਹੈਗਾ ਇਹ ਠੰਡਾ ਨਾ ਹੋ ਜੇ। ਤਾਂ ਹੀ ਉਹਨਾਂ ਨੇ ਪਿੱਛੇ ਜੇ ਸਿਗਨੇਚਰ ਕੈਂਪ ਵੀ ਚਲਾਇਆ ਸੀਗਾ ਤੇ ਸਭ ਕੁਝ ਕੀਤਾ ਸੀਗਾ ਕਿ ਤਾਂ ਕਿ ਇਹ ਮੁੱਦਾ ਠੰਡਾ ਨਾ ਪੈ ਜੇ। ਉਹ ਚਾਹੁੰਦੇ ਨੇ ਕਿ ਇਹ ਮੁੱਦਾ ਠੰਡਾ ਨਾ ਪੈ ਜੇ, ਕਿਉਂਕਿ ਦੇਸ਼ ਦੇ ਵਿੱਚ ਪਹਿਲਾਂ ਵੀ ਕਈ ਵਾਰ ਦੇਖਣ ਨੂੰ ਆਇਆ ਹੈ ਆਪਣੇ ਕਾਨੂੰਨ ਵਿਵਸਥਾ ਦੇ ਵਿੱਚ, ਜਦੋਂ ਮੁੱਦੇ ਠੰਡੇ ਪੈ ਜਾਂਦੇ ਨੇ ਉਦੋਂ ਉਸ ਤੋਂ ਬਾਅਦ ਉਸ ਨੂੰ ਕੋਈ ਨਹੀਂ ਪੁੱਛਦਾ ਤੇ ਗੱਲ ਆਪਣੀ ਕਹਿੰਦੇ ਬਿਲਕੁਲ ਹੀ ਹਾਸ਼ੀਏ ਤੇ ਚਲੇ ਜਾਂਦੀ ਹੈ। ਇਸ ਕਰਕੇ ਇਹ ਇੱਕ ਬੂਮ ਸੀਗਾ ਜਿਹੜਾ ਇਹ ਕੁੜੀ ਨੇ ਗਾਣਾ ਕੱਢਿਆ ਹੈਗਾ ਜੈਨੀ ਜਹਲ ਨੇ। ਇਹ ਗੱਲ ਉਹਨੇ ਬੜੀ ਵਧੀਆ ਕੀਤੀ ਕਿ ਉਹਨੇ ਦੇਖਿਆ ਕਿ ਜਦੋਂ ਇਹ ਮੁੱਦਾ ਠੰਡਾ ਪੈਂਦਾ ਜਾ ਰਿਹਾ ਤਾਂ ਉਹਨੇ ਗਾਣਾ ਕੱਢਿਆ। ਇਹ ਗਾਣਾ ਬੈਨ ਕਰਨ ਦੇ ਪਿੱਛੇ ਮੈਨੂੰ ਇੱਕ ਜਿਹੜੀ ਗੱਲ ਲੱਗਦੀ ਹੈਗੀ ਕਿ ਹਿਮਾਚਲ ਔਰ ਗੁਜਰਾਤ ਦੇ ਵਿੱਚ ਇਲੈਕਸ਼ਨ ਹੈ ਜੀ। ਇਹ ਜਿਹੜਾ ਮੁੱਦਾ ਹੈਗਾ ਸਿੱਧੂ ਮੂਸੇਵਾਲੇ ਦਾ ਮੁੱਦਾ, ਇਹ ਬਹੁਤ ਵੱਡਾ ਮੁੱਦਾ ਹੈ। ਜੇ ਅਗਰ ਇਹ ਮੁੱਦਾ ਠੰਡਾ ਪੈ ਗਿਆ ਤਾਂ ਉਸ ਦੇ ਨਾਲ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲੇਗਾ। ਇਹ ਔਰ ਸਰਕਾਰ ਨੂੰ ਲੱਗਦਾ ਹੈ ਕਿ ਜੇ ਮੁੱਦਾ ਹੁਣ ਉੱਭਰ ਆਇਆ ਤੇ ਜਿਹੜੀ ਸਾਡੀ ਸਾਰੀ ਕੀਤੀ ਕਰਾਈ ਮਿਹਨਤ ਹੈਗੀ ਆ ਹਿਮਾਚਲ 'ਚ ਤੇ ਗੁਜਰਾਤ ਦੇ ਵਿੱਚ ਉਹ ਬਿਲਕੁਲ ਜ਼ੀਰੋ ਹੋ ਜਾਏਗੀ। ਇਸ ਕਰਕੇ ਉਹ ਚਾਹੁੰਦੇ ਨੇ ਇਸ ਗਾਣੇ ਤੋਂ ਜਲਦ ਤੋਂ ਜਲਦ, ਉਹਨਾਂ ਨੇ ਹਲੇ ਗਾਣਾ ਮੇਰੇ ਖਿਆਲ ਨਾਲ ਚੰਗੀ ਤਰ੍ਹਾਂ ਲੋਕਾਂ ਨੇ ਸੁਣਿਆ ਵੀ ਨਹੀਂ ਹੋਣਾ ਤੇ ਉਹਨਾਂ ਨੇ ਇੰਨੀ ਜਲਦੀ ਬੈਨ ਕਰਤਾ, ਜਦ ਕਿ ਜਿਹੜਾ SYL ਗਾਣਾ ਸੀਗਾ ਉਹ ਕੁਝ ਟਾਈਮ ਪਹਿਲਾਂ ਮਤਲਬ ਕਾਫੀ ਚੱਲ ਚੁੱਕਾ ਸੀ ਗਾਣਾ, ਉਹਨੂੰ ਆਲਮੋਸਟ ਇੱਕ ਦਿਨ ਬਾਅਦ ਬੈਨ ਕੀਤਾ ਗਿਆ ਸੀਗਾ ਤੇ ਇਸ ਗਾਣੇ ਨੂੰ ਨਾਲ ਹੀ ਨਾਲ ਸਰਕਾਰ ਵੱਲੋਂ ਬੈਨ ਕਰ ਦਿੱਤਾ ਗਿਆ। ਇਹ ਬਿਲਕੁਲ ਇਲੈਕਸ਼ਨ ਨਾਲ ਜੁੜੀ ਹੋਈ ਗੱਲ ਹੈ, ਇਲੈਕਸ਼ਨਾਂ ਦੇ ਕਾਰਨ ਹੀ ਇਹ ਗਾਣਾ ਹੈਗਾ ਉਹਨੂੰ ਉਸ ਕਰਕੇ ਬੈਨ ਕੀਤਾ ਗਿਆ ਹੈਗਾ। ਤੇ ਦੂਜੀ ਗੱਲ ਰਹੀ ਜਿਨ੍ਹਾਂ ਦੇ ਮਾਤਾ ਪਿਤਾ ਜਿਨ੍ਹਾਂ ਦਾ ਬੱਚਾ ਮਰਦਾ ਹੈਗਾ, ਸਿੱਧੂ ਮੂਸੇਵਾਲਾ ਦੇ ਲਈ ਉਹਦੇ ਜਿਹੜੇ ਪੇਰੈਂਟਸ ਲਈ ਸਿੱਧੂ ਮੂਸੇਵਾਲਾ ਹੀ ਸਭ ਕੁਝ ਸੀਗੇ। ਠੀਕ ਹੈ, ਉਹਨਾਂ ਦਾ ਨਾ ਤਾਂ ਕੋਈ ਹੋਰ ਬੱਚਾ ਸੀਗਾ, ਉਹ ਬੱਚਾ ਨੇ ਇੰਨਾ ਲਾਇਕ ਨਿਕਲਿਆ ਕਿ ਉਹਨਾਂ ਨੇ ਆਪਣੇ ਬੱਚੇ ਨੇ ਇੰਨਾ ਆਪਣੇ ਮਾਂ-ਬਾਪ ਨੂੰ ਕਮਾ ਕੇ ਦਿੱਤਾ ਤੇ ਮਤਲਬ ਆਪਣੇ ਮਾਂ-ਬਾਪ ਨਾਲ ਇੰਗਲੈਂਡ ਆਪਣਾ ਕੈਨੇਡਾ ਛੱਡ ਕੇ ਆਪਣੇ ਮਾਂ-ਬਾਪ ਨਾਲ ਰਹਿਣ ਆ ਗਿਆ। ਠੀਕ ਹੈ ਜੀ, ਉਸ ਤੋਂ ਬਾਅਦ ਉਹਦੇ ਮਾਂ-ਬਾਪ ਲਈ ਸਭ ਕੁਝ ਹੋ ਸੀਗਾ, ਉਹਨਾਂ ਦੇਖਿਆ ਆਪਣੇ ਉਹਨਾਂ ਦੇ ਪਿਤਾ ਜੀ ਨਾਲ ਵੀ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਸੀ। ਚਲੋ ਹਰ ਮਾਂ-ਬਾਪ ਦਾ ਹੁੰਦਾ, ਬਟ ਇਹਨਾਂ ਦਾ ਕੁਝ ਐਕਸਟਰਾ ਆਰਡੀਨਰੀ ਸੀਗਾ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਤੇ ਉਹ ਅੰਦਰੋਂ ਹੁਣ ਬਿਲਕੁਲ ਖਤਮ ਹੋ ਚੁੱਕੇ ਆ ਉਹਦੇ ਮਾਂ-ਪਿਓ। ਉਹ ਕਈ ਵਾਰ ਕਹਿ ਵੀ ਚੁੱਕੇ ਆ, ਉਹਨਾਂ ਦਾ ਬਸ ਕਹਿਣਾ ਇਹ ਹੈ ਕਿ ਬਸ ਉਹਨਾਂ ਨੂੰ ਇਨਸਾਫ ਮਿਲੇ, ਕਿਸੇ ਤਰੀਕੇ ਨਾਲ ਇਨਸਾਫ ਮਿਲੇ। ਔਰ ਉਹਨਾਂ ਦੇ ਦਿਲ ਦੇ ਵਿੱਚ ਇਹ ਡਰ ਬਹੁਤ ਜ਼ਿਆਦਾ ਬੈਠ ਚੁੱਕਾ ਹੈ ਕਿ ਇਹ ਮੁੱਦਾ ਇੱਕ ਵਾਰ ਠੰਡਾ ਹੋ ਗਿਆ ਤਾਂ ਇਹ ਇੱਕ ਠੰਡੇ ਬਿਸਤਰੇ 'ਚ ਹੀ ਪੈ ਜਾਊਗਾ। ਇਸ ਕਰਕੇ ਉਹ ਇਸ ਮੁੱਦੇ ਨੂੰ ਠੰਡਾ ਨਹੀਂ ਪੈਣ ਦੇਣਾ ਚਾਹੁੰਦੇ। ਅੱਜ ਉਹਨਾਂ ਦੇ ਮਾਪਿਓ ਨੇ ਬਾਰ-ਬਾਰ ਟੀਵੀ ਤੇ ਆ ਕੇ ਪ੍ਰੈਸ ਕਾਨਫਰੰਸ ਵੀ ਕਰ ਰਹੇ ਆ, ਬਾਰ-ਬਾਰ ਆ ਕੇ ਉਹ ਟੀਵੀ ਤੇ ਇੱਕੋ ਹੀ ਗੱਲ ਬੋਲ ਰਹੇ ਆ ਕਿ ਜਿਹੜਾ ਹੈਗਾ ਆਪਾਂ ਕੁੜੀ ਦਾ ਪੂਰਾ ਸਾਥ ਦੇਵਾਂਗੇ। ਅਗਰ ਇਹ ਕੁੜੀ ਨੂੰ ਤੁਸੀਂ ਜੇਲ੍ਹ ਦੇ ਵਿੱਚ ਪਾਉਂਦੇ ਹੋ ਤਾਂ ਆਪਾਂ ਉਸ ਕੁੜੀ ਦੇ ਨਾਲ ਜੇਲ੍ਹ ਵਿੱਚ ਜਾਣ ਨੂੰ ਵੀ ਤਿਆਰ ਹੈਗੇ ਆ। ਸਾਨੂੰ ਇਸ ਜਿਹੜੀ ਇੱਕ ਕੁੜੀ ਪਹਿਲਾਂ ਤਾਂ ਸਾਡਾ ਇੱਕ ਮੁੱਦਾ ਚੁੱਕ ਰਹੀ ਹੈ। ਜਿਹੜੇ ਵੱਡੇ ਵੱਡੇ ਸਿੰਗਰ ਆਏ ਸੀਗੇ ਸਿੱਧੂ ਮੂਸੇਵਾਲੇ ਦੇ ਮਰਨ ਤੋਂ ਬਾਅਦ, ਉਹਨਾਂ ਨੇ ਆ ਕੇ ਪਹਿਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ, ਬਟ ਹੁਣ ਉਹ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਰੁੱਝ ਗਏ ਨੇ। ਇਸ ਕਰਕੇ ਉਹ ਹੁਣ ਕਿੱਥੇ ਹੈਗੇ ਆ ਬਾਕੀ ਸਿੰਗਰ। ਇਸ ਕਰਕੇ ਜਿਹੜੀ ਜੈਨੀ ਜੋਹਲ ਕੁੜੀ ਹੈ ਸਾਡੀ ਕੁੜੀ ਬਰਾਬਰ ਹੈਗੀ ਹੈ, ਸਾਡੀ ਬੇਟੀ ਹੈਗੀ ਹੈ ਛੋਟੀ। ਜੇ ਸਾਡੀ ਬੇਟੀ ਆ ਸਾਡੇ ਲਈ ਇੰਨਾ ਕੰਮ ਕਰ ਰਹੀ ਹੈ ਤਾਂ ਅਸੀਂ ਉਹਦੇ ਨਾਲ ਪੂਰਾ ਖੜਾਂਗੇ, ਚਾਹੇ ਸਾਨੂੰ ਉਸ ਲਈ ਆਪਣੀ ਜਾਨ ਕਿਉਂ ਨਾ ਦੇਣੀ ਪੈ ਜੇ। ਠੀਕ ਹੈ। ਤੇ ਸ਼ਸ਼ਾਂਕ, ਸਭ ਤੋਂ ਪਹਿਲਾਂ ਯੂਥ ਜਿਹੜਾ ਹੈ ਪੰਜਾਬ ਦਾ ਪੰਜਾਬੀ ਗਾਣੇ ਬਹੁਤ ਸੁਣਦਾ ਹੈ, ਖਾਸ ਕਰ ਸਿੱਧੂ ਮੂਸੇਵਾਲੇ ਦੇ ਫੈਨਸ ਕਿੰਨੇ ਸੀਗੇ ਸਾਨੂੰ ਕਿਸੇ ਨੂੰ ਵੀ ਜਿਹੜੀ ਹੈ ਉਹ ਦੱਸਣ ਦੀ ਲੋੜ ਨਹੀਂ ਹੈ, ਕਿਉਂਕਿ ਮਿਲੀਅਨਸ ਦੇ ਵਿੱਚ ਉਹਨਾਂ ਦੇ ਗਾਣੇ ਦੇ ਵਿਊਜ਼ ਚਲੇ ਜਾਂਦੇ ਸੀ ਜਦ ਵੀ ਗਾਣਾ ਉਹਨਾਂ ਦਾ ਰਿਲੀਜ਼ ਹੁੰਦਾ ਸੀ। ਇਸ ਗਾਣੇ ਨੂੰ ਲੈ ਕੇ ਖਾਸ ਕਰ ਯੂਥ ਦੇ ਵਿੱਚ ਕੀ ਕੁਝ ਉਹਨਾਂ ਦੀ ਜਿਹੜੀ ਹੈ ਪ੍ਰਤੀਕਿਰਿਆ ਮਿਲ ਰਹੀ ਹੈ ਬੈਨ ਹੋਣ ਤੋਂ ਬਾਅਦ? ਖਾਸ ਕਰ ਇਹ ਵੀ ਸੁਣਨ ਨੂੰ ਆਇਆ ਹੈ ਕਿ ਕਿਉਂਕਿ ਸਿੱਧੂ ਮੂਸੇਵਾਲੇ ਕਾਫੀ ਸਿੰਗਰਸ ਨੂੰ ਜਿਹੜਾ ਹੈਲਪ ਕਰਦੇ ਸੀ, ਚਾਹੇ ਉਹ ਆਰਨੇਤ ਹੋਣ ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਜਿਹੜੀ ਹੈ ਜੈਨੀ ਜੋਹਲ ਦੀ ਮਦਦ ਵੀ ਕੀਤੀ ਸੀ ਇੱਕ ਸਮੇਂ ਦੇ ਵਿੱਚ। ਤੇ ਕੀ ਕੁਝ ਯੂਥ ਦਾ ਰਿਐਕਸ਼ਨ ਤੁਸੀਂ ਆਪ ਵੀ ਦੇਖ ਰਹੇ ਹੋਣੇ ਕਿ ਕਮੈਂਟ ਸੈਕਸ਼ਨ ਦੇ ਵਿੱਚ ਲੋਕੀ ਕੀ ਕੁਝ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ? ਜੀ ਪੂਜਾ, ਜੇ ਗੱਲ ਕੀਤੀ ਜਾਵੇ ਜੈਨੀ ਜੋਹਲ ਨੇ ਜਿਹੜਾ ਗੀਤ ਗਾਇਆ ਬੀਤੇ ਸਮੇਂ ਦੇ ਵਿੱਚ, ਜਿਹੜੇ ਯੂਥ ਹੈ ਲੋਕਾਂ ਦਾ ਜਦੋਂ ਵੀ ਸਿੱਧੂ ਮੂਸੇਵਾਲੇ ਦਾ ਨਾਮ ਕਿਸੇ ਵੀ ਸਿੰਗਰ ਦੇ ਨਾਲ ਜਾਂ ਉਹਨਾਂ ਦਾ ਨਾਮ ਵਿੱਚ ਆਉਂਦਾ ਹੈ ਜਾਂ ਉਹਨਾਂ ਦੀ ਰਿਲੀਜ਼ ਤੋਂ ਪਹਿਲਾਂ ਅਗਰ ਉਹ ਰਿਲੀਜ਼ ਕਰਦੇ ਸੀਗੇ ਤਾਂ ਇਹ ਉਹਨਾਂ ਨੂੰ ਇੱਕ ਗਾਣੇ ਨੂੰ ਇੱਕ ਵਧੀਆ ਜਿਹੜੀ ਕੀ ਹਾਈਪ ਮਿਲ ਜਾਂਦੀ ਸੀਗੀ। ਲੇਕਿਨ ਇਸ ਗਾਣੇ ਨੂੰ ਬੈਨ ਹੋਣ ਤੋਂ ਬਾਅਦ, ਕਿਉਂਕਿ ਗਾਣੇ ਦੇ ਵਿੱਚ ਜਿਹੜਾ ਕੀ ਹੈ ਪੰਜਾਬ ਸਰਕਾਰ ਦੇ ਉੱਤੇ ਇੱਕ ਤਰ੍ਹਾਂ ਦਾ ਸਿੱਧਾ ਨਿਸ਼ਾਨਾ ਜਿਹੜਾ ਸਾਧਿਆ ਗਿਆ ਤੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਇਸ ਗੱਲ ਦਾ ਡਰ ਪੈਂਦਾ, ਜਿਵੇਂ ਕਿ ਪੂਜਾ ਅਮਨ ਜੀ ਨੇ ਦੱਸਿਆ ਸੀਗਾ ਕਿ ਕਿਤੇ ਨਾ ਕਿਤੇ ਜਦੋਂ ਨੂੰ ਸਰਕਾਰਾਂ ਨੂੰ ਜਦੋਂ ਟਾਰਗੇਟ ਕੀਤਾ ਜਾਂਦਾ ਤਾਂ ਸਰਕਾਰਾਂ ਉਸ ਚੀਜ਼ ਨੂੰ ਦਬਾਉਣ ਦੀ ਬਿਲਕੁਲ ਕੋਸ਼ਿਸ਼ ਕਰਦੀਆਂ, ਕਿਉਂਕਿ ਜਿਹੜਾ ਸਿੱਧੂ ਮੂਸੇਵਾਲਾ ਹੈ ਉਹ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਬਾਹਰਲੇ ਮੁਲਕਾਂ
ਲੋਕਾਂ ਦੇ ਵਿੱਚ ਵੀ ਉਹਦਾ ਅੱਛਾ ਖਾਸਾ ਨਾਮ ਸੀਗਾ ਤੇ ਜਿਹੜੇ ਬਾਹਰ ਦੇ ਸਿੰਗਰ ਆ ਉਹ ਵੀ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦੀ ਜਿਹੜੀ ਕੀ ਹੈ ਰਿਸਪੈਕਟ ਕਰਦੇ ਸੀ ਤੇ ਉਹਦੇ ਨਾਲ ਗਾਣੇ ਕਰਨੇ ਚਾਹੁੰਦੇ ਸੀਗੇ ਤੇ ਯੂਥ ਪੰਜਾਬ ਦਾ ਕਿਤੇ ਨਾ ਕਿਤੇ ਪੂਜਾ ਉਹਨਾਂ ਦੇ ਮਰਨ ਤੋਂ ਬਾਅਦ ਕਿਤੇ ਨਾ ਕਿਤੇ ਹੋਰ ਜ਼ਿਆਦਾ ਉਹਨਾਂ ਨਾਲ ਦਿਲੋਂ ਜੁੜ ਚੁੱਕਿਆ ਹੈ। ਉਹਦੇ ਜਦੋਂ ਵੀ ਗਾਣੇ ਉਹਦੇ ਬੈਕ ਟੂ ਬੈਕ ਉਹਨਾਂ ਤੁਸੀਂ ਹਲੇ ਵੀ ਆਪਾਂ ਪੰਜਾਬ ਦੇ ਵਿੱਚ ਔਰ ਓਵਰਆਲ ਜਿੱਦਾਂ ਵੀ ਲੋਕੀ ਰੀਲਸ ਬਣਾ ਰਹੇ ਨੇ ਉਹਨਾਂ ਦੇ ਗਾਣੇ ਗੱਡੀਆਂ ਦੇ ਵਿੱਚ ਵੱਜਦੇ ਨੇ। ਮਰਨ ਤੋਂ ਬਾਅਦ ਸਿੱਧੂ ਮੂਸੇਵਾਲੇ ਨੂੰ ਹੋਰ ਵੀ ਜ਼ਿਆਦਾ ਜਿਹੜੀ ਕੀ ਹੈ ਹਾਈਪ ਮਿਲੀ ਹੈ ਤੇ ਹੁਣ ਜਦੋਂ ਗਾਣੇ ਦੇ ਰਾਹੀਂ ਜੈਨੀ ਜੌਲ ਨੇ ਜਿਹੜਾ ਕੀ ਹੈ ਸਿੱਧੂ ਮੂਸੇਵਾਲੇ ਦੀ ਆਵਾਜ਼ ਨੂੰ ਚੱਕਿਆ ਤੇ ਕਿਤੇ ਨਾ ਕਿਤੇ ਪੂਜਾ ਸਰਕਾਰ ਨੂੰ ਤਾਂ ਇਸ ਚੀਜ਼ ਦੀ ਥੋੜੀ ਜੀ ਪਨਕ ਪੈ ਗਈ ਸੀਗੀ ਕਿ ਉਹਨਾਂ ਦੇ ਖਿਲਾਫ ਜਿਹੜਾ ਕੀ ਹੈ ਉਹਨੇ ਜਿਹੜਾ ਇਸ ਤੋਂ ਪਹਿਲਾਂ ਕਿ ਕੋਈ ਰੋਸ਼ ਹੋਏ ਲੋਕ ਸੜਕਾਂ ਤੇ ਉਤਰਨ ਦੁਬਾਰਾ ਤੋਂ, ਇਸ ਕਰਕੇ ਸਰਕਾਰ ਨੇ ਉਸ ਗਾਣੇ ਨੂੰ ਬੈਨ ਕਰਤਾ। ਲੇਕਿਨ ਪੂਜਾ ਗਾਣਾ ਜਿੰਨੇ ਵੀ ਲੋਕਾਂ ਨੇ ਸੁਣਿਆ ਉਹਦੀ ਸ਼ੇਅਰਿੰਗ ਵੱਧ ਚੁੱਕੀ ਹੈ, ਕਿਤੇ ਨਾ ਕਿਤੇ ਲੋਕਾਂ ਦੇ ਕੰਨਾਂ ਦੇ ਵਿੱਚੋਂ ਗਾਣਾ ਹੁਣ ਗੂੰਜਣ ਲੱਗ ਗਿਆ। ਇਸੇ ਕਰਕੇ ਕਈ ਜਿਹੜੇ ਵਿਰੋਧੀ ਧਿਰ ਹੈ ਵਿਰੋਧੀ ਪਾਰਟੀਆਂ ਉਹ ਜੈਨੀ ਜੌਲ ਦੇ ਹੱਕ ਦੇ ਵਿੱਚ ਆਣੀਆਂ ਜਿਹੜੀਆਂ ਕਿ ਸ਼ੁਰੂ ਕਰ ਦਿੱਤੀਆਂ। ਸਿੱਧੂ ਮੂਸੇਵਾਲੇ ਦੇ ਮਾਪੇ ਨੇ ਵੀ ਜਿਵੇਂ ਕਿ ਗੌਤਮ ਜੀ ਨੇ ਵੀ ਦੱਸਿਆ ਕਿ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਖੜੇ ਹੋ ਗਏ ਆ ਕਿ ਜੇਕਰ ਕੋਈ ਸਰਕਾਰ ਜੈਨੀ ਜੌਲ ਦੇ ਉੱਤੇ ਕੋਈ ਵੀ ਅਗਰ ਕਾਨੂੰਨੀ ਕਾਰਵਾਈ ਕਰਦੀ ਹੈ ਤਾਂ ਉਹਨਾਂ ਦੇ ਉਹ ਨਾਲ ਖੜੇ ਆ, ਫਿਰ ਚਾਹੇ ਉਹਨਾਂ ਨੂੰ ਕਿਹੜੀ ਵੀ ਮਰਜ਼ੀ ਹੱਦ ਤੱਕ ਜਾਣਾ ਪੈ ਜੇ। ਅਗਰ ਗੱਲ ਕੀਤੀ ਜਾਵੇ ਪੂਜਾ ਯੂਥ ਦੀ ਤੇ ਯੂਥ ਨੇ ਜੈਨੀ ਜੌਲ ਦਾ ਜਿੰਨਾ ਵੀ ਗਾਣਾ ਸੁਣ ਲਿਆ ਜਾਂ ਜਿਹੜਾ ਉਹਨਾਂ ਨੇ ਡਾਊਨਲੋਡਿੰਗ ਹੋਈ ਹੈ ਉਹ ਅੱਗੇ ਸ਼ੇਅਰ ਹੋਇਆ। ਪੂਜਾ ਸ਼ੇਅਰਿੰਗ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਨਹੀਂ ਕਿਸੇ ਨੂੰ ਰੋਕ ਸਕਦੀ, ਇਸ ਕਰਕੇ ਗਾਣਾ ਜਿੰਨਾ ਅੱਗੇ ਜਾਣਾ ਚਾਹੀਦਾ ਸੀ ਪੂਜਾ ਉਹ ਗਾਣਾ ਹੁਣ ਪਹੁੰਚ ਚੁੱਕਿਆ ਹੈ ਤੇ ਲੋਕਾਂ ਤੱਕ ਕਿਤੇ ਨਾ ਕਿਤੇ ਉਹ ਗਾਣਾ ਜਿਹੜਾ ਕੀ ਹੈ ਪਹੁੰਚ ਚੁੱਕਿਆ ਤੇ ਪੰਜਾਬ ਦੇ ਜਿਹੜੇ ਲੋਕ ਨੇ ਜਾਂ ਪੰਜਾਬ ਦੇ ਵਿੱਚੋਂ ਬਾਹਰ ਮੁਲਕ ਤੋਂ ਜਿਹੜੇ ਬੈਠੇ ਲੋਕ ਨੇ ਉਹ ਗਾਣੇ ਦਾ ਪੂਰਾ ਸਾਥ ਦੇ ਰਹੇ ਨੇ ਤੇ ਕਮੈਂਟਾਂ ਦੇ ਵਿੱਚ ਜੈਨੀ ਜੌਲ ਨੂੰ ਵੀ ਪੂਰਾ ਹੁੰਗਾਰਾ ਦੇ ਰਹੇ ਨੇ ਕਿਉਂਕਿ ਕਦੀ ਵੀ ਅਗਰ ਕੋਈ ਸਿੰਗਰ ਪੰਜਾਬ ਦੇ ਵਿੱਚ ਬਾਹਰ ਪਰਫਾਰਮ ਵੀ ਕਰਦਾ ਤਾਂ ਸਭ ਤੋਂ ਪਹਿਲਾਂ ਉਹ ਕਹਿੰਦੇ ਵੀ ਸਿੱਧੂ ਮੂਸੇ ਨਾਮ ਦੀ ਇੱਕ ਥਾਪੀ ਤੋਂ ਜਿਹੜਾ ਕੀ ਹੈ ਸ਼ੋਅ ਨੂੰ ਸ਼ੁਰੂ ਕਰਵਾਉਂਦੇ ਆ ਤੇ ਤੁਸੀਂ ਇੱਥੋਂ ਦੇਖਣਾ ਚਾਹੀਦਾ ਪੂਜਾ ਕਿ ਕਿੰਨਾ ਪਿਆਰ ਹੈ ਲੋਕਾਂ ਦੇ ਮਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪ੍ਰਤੀ। ਇਸ ਕਰਕੇ ਪੂਜਾ ਜੈਨੀ ਜੌਲ ਦੇ ਨਾਲ ਜਿਹੜਾ ਕਿ ਪੰਜਾਬ ਦਾ ਯੂਥ ਹੈ ਉਹ ਪੂਰਾ ਤਰੀਕੇ ਨਾਲ ਉਹਨਾਂ ਦੇ ਨਾਲ ਖੜਾ ਹੈ ਕਿਉਂਕਿ ਉਹਨਾਂ ਨੇ ਇੱਕ ਤਰ੍ਹਾਂ ਦੀ ਪੂਜਾ ਆਵਾਜ਼ ਚੱਕੀ ਹੈ ਕਿਉਂਕਿ ਜਿੱਦਾਂ ਕਿ ਗੌਤਮ ਜੀ ਨੇ ਕਿਹਾ ਕਿ ਕਿਤੇ ਕੇਸ ਨੂੰ ਦੱਬ ਨਾ ਜਾਏ, ਇਸ ਕਰਕੇ ਲਗਾਤਾਰ ਸਿੱਧੂ ਮੂਸੇਵਾਲੇ ਦੇ ਜਿਹੜੇ ਮਾਪੇ ਆ ਉਹ ਵੀ ਲਗਾਤਾਰ ਕਈ ਮੁਹਿੰਮ ਕਰਦੇ ਰਹਿੰਦੇ ਨੇ, ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲ ਕਰਦੇ ਕਿਉਂਕਿ ਪੂਜਾ ਕਾਫੀ ਟੀਮਾਂ ਬਣ ਚੁੱਕੀਆਂ, ਕਾਫੀ ਗ੍ਰਿਫਤਾਰੀਆਂ ਹੋ ਚੁੱਕੀਆਂ ਲੇਕਿਨ ਅਸਲ ਜਿਹੜੀ ਗ੍ਰਿਫਤਾਰੀਆਂ ਹੁਣ ਤੱਕ ਜਿਹੜੀ ਕਿ ਨਹੀਂ ਹੋਈ ਜਿਹਦੇ ਨਾਲ ਕਿ ਪੰਜਾਬ ਦੇ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਨੇ ਉਹਨਾਂ ਦੇ ਮਾਪੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਪੂਜਾ ਸਰਕਾਰ ਦੇ ਪ੍ਰਤੀ ਰੋਸ਼ ਹੈ ਕਿਉਂਕਿ ਜਦੋਂ ਇਹ ਵਾਕਿਆ ਹੋਇਆ ਸੀਗਾ ਉਦੋਂ ਕਾਫੀ ਇਨਕਾਊਂਟਰ ਹੋਏ ਆ, ਕਾਫੀ ਗ੍ਰਿਫਤਾਰੀਆਂ ਹੋਈਆਂ ਲੇਕਿਨ ਜਿਹੜਾ ਅਸਲ ਦੋਸ਼ੀ ਆ ਹਲੇ ਤੱਕ ਵੀ ਪੂਜਾ ਜਿਹੜਾ ਕਿ ਨਹੀਂ ਫੜਿਆ ਗਿਆ। ਇਸ ਕਰਕੇ ਕਿਤੇ ਨਾ ਕਿਤੇ ਜਦੋਂ ਜੈਨੀ ਜੌਲ ਨੇ ਇਹਦੀ ਆਵਾਜ਼ ਚੱਕੀ ਤਾਂ ਉਹਦੀ ਆਵਾਜ਼ ਨੂੰ ਜੇਕਰ ਕਿ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਪੂਜਾ ਇਹ ਗਾਣੇ ਨੇ ਬਹੁਤ ਜ਼ਿਆਦਾ ਹਾਈਪ ਫੜਨੀ ਸੀਗੀ ਲੇਕਿਨ ਉਸ ਹਾਈਪ ਤੱਕ ਉਹ ਨਹੀਂ ਪਹੁੰਚ ਪਾਇਆ ਲੇਕਿਨ ਜਿਸ ਹਿਸਾਬ ਦੀ ਗਾਣਾ ਜਿਹੜਾ ਡਾਊਨਲੋਡ ਹੋ ਗਿਆ ਉਸ ਹਿਸਾਬ ਦੀ ਸ਼ੇਅਰਿੰਗ ਦੇ ਵਿੱਚ ਪੂਜਾ ਕਾਫੀ ਜਿਹੜਾ ਕੀ ਹੈ ਇਸ ਸਮੇਂ ਪੰਜਾਬ ਦੇ ਵਿੱਚ ਚੱਲ ਰਿਹਾ ਤੇ ਲੋਕੀ ਉਸ ਗਾਣੇ ਤੋਂ ਬਹੁਤ ਜ਼ਿਆਦਾ ਇੰਸਪਾਇਰ ਹੋ ਰਹੇ ਨੇ ਤੇ ਹੋਰ ਵੀ ਜ਼ਿਆਦਾ ਸਿੱਧੂ ਮੂਸੇਵਾਲੇ ਦੇ ਨਾਲ ਗਾਣਾ ਸੁਣਨ ਤੋਂ ਬਾਅਦ ਇਹ ਜ਼ਰੂਰ ਲਾਜ਼ਮੀ ਹੈ ਕਿ ਲੋਕਾਂ ਨੇ ਰੀਲਾਂ ਬਣਾਣੀ ਵੀ ਸ਼ੁਰੂ ਕਰ ਦਿੱਤੀ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਲੋਕੀ ਛੇਤੀ ਗਾਣੇ ਨੂੰ ਡਾਊਨਲੋਡ ਕਰਕੇ ਜਿਹੜਾ ਸੁਣਦੇ ਵੀ ਨੇ ਤੇ ਇਸ ਤੋਂ ਇਲਾਵਾ ਇੰਸਟਾਗ੍ਰam ਹੋਵੇ ਜਾਂ ਫਿਰ ਫੇਸਬੁੱਕ ਹੋਵੇ ਟਵਿੱਟਰ ਹੋਵੇ ਉੱਥੇ ਜਿਹੜਾ ਪਾਣਾ ਵੀ ਸ਼ੁਰੂ ਕਰ ਦਿੰਦੇ ਆ ਤੇ ਟੈਗਿੰਗ ਵੀ ਸ਼ੁਰੂ ਹੋ ਜਾਂਦੀ ਹੈ ਲੇਕਿਨ ਉਸ ਤੋਂ ਬਾਅਦ 48 ਘੰਟੇ ਬਾਅਦ ਜਿਹੜਾ ਗਾਣਾ ਬਲੌਕ ਕਰ ਦਿੱਤਾ ਜਾਂਦਾ ਹੈ। ਤੇ ਅਮਨ ਜੀ ਇੱਕ ਸਵਾਲ ਇਹ ਵੀ ਹੈ ਕਿ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਕਿਹਾ ਕਿ ਜਮਹੂਰੀਅਤ ਤੇ ਜਿਹੜਾ ਹੈ ਹਮਲਾ ਹੈ। ਆਮ ਆਦਮੀ ਪਾਰਟੀ ਹਮੇਸ਼ਾ ਇਹ ਕਹਿੰਦੀ ਆਈ ਹੈ ਕਿ ਤਾਨਾਸ਼ਾਹੀ ਰਵੱਈਆ ਚੱਲ ਰਿਹਾ ਹੈ, ਮੋਦੀ ਸਰਕਾਰ ਤੇ ਹਮੇਸ਼ਾ ਇਲਜ਼ਾਮ ਲਗਾਉਂਦੀ ਆਈ ਹੈ ਲੇਕਿਨ ਅਸੀਂ ਡਾਇਰੈਕਟਲੀ ਨਹੀਂ ਕਹਿ ਸਕਦੇ ਕਿਸੇ ਸਰਕਾਰ ਨੂੰ ਕਿ ਉਹਨਾਂ ਦੀ ਕਿੰਨੀ ਕੀ ਇਨਵੋਲਵਮੈਂਟ ਹੁੰਦੀ ਹੈ ਗਾਣਿਆਂ ਨੂੰ ਬੰਦ ਕਰਾਉਣ ਦੇ ਵਿੱਚ ਜਾਂ ਅਜਿਹੀ ਚੀਜ਼ਾਂ ਦੇ ਵਿੱਚ ਲੇਕਿਨ ਜਦ ਅਸੀਂ ਕੋਈ ਕੰਟਰੋਵਰਸ਼ੀਅਲ ਕੰਟੈਂਟ ਪਾਉਂਦੇ ਹੈ ਤੇ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ ਕੋਈ ਪਹਿਲੀ ਵਾਰ ਬਹੁਤ ਪੁਰਾਣੇ ਜਦ ਗਾਣੇ ਬੰਦੇ ਵੀ ਹੋਣੇ ਤੇ ਉਹਨਾਂ ਦੇ ਵਿੱਚ ਵੀ ਕਈ ਵਰਡਿੰਗਸ ਅਜਿਹੀਆਂ ਹੁੰਦੀਆਂ ਜਿਹੜੀ ਕਿ ਸਰਕਾਰ ਤੇ ਡਾਇਰੈਕਟ ਨਿਸ਼ਾਨਾ ਹੁੰਦਾ ਹੈ ਕਿਉਂਕਿ ਇਮੋਸ਼ਨਸ ਜੁੜੇ ਹੁੰਦੇ ਗਾਣਿਆਂ ਦੇ ਨਾਲ ਤੇ ਇਸ ਜਮਹੂਰੀਅਤ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਦੇਖੋ ਬਾਜਵਾ ਸਾਹਿਬ ਨੇ ਕਿਹਾ ਕਿ ਜਮਹੂਰੀਅਤ ਤੇ ਹਮਲਾ ਹੈ ਤੇ ਜਿਹੜੇ ਵੀ ਓਪੋਜੀਸ਼ਨ ਦੇ ਲੀਡਰਸ ਹੁੰਦੇ ਆ ਸਿਆਸਤਦਾਨਾਂ ਦੀ ਅਸੀਂ ਜੇ ਜ਼ੁਬਾਨ ਦੇਖੀ ਤਾਂ ਸਿਆਸਤਦਾਨਾਂ ਦੇ ਵਿੱਚ ਤਾਂ ਇਹ ਅਕਸਰ ਹੁੰਦਾ ਹੈ ਕਿ ਕੁਝ ਵੀ ਹੋਵੇ ਕੋਈ ਵੀ ਗੱਲਬਾਤ ਹੋਵੇ ਉਹਦੇ ਵਿੱਚ ਉਹਨਾਂ ਨੇ ਆਰੋਪ ਪ੍ਰਤੀ ਆਰੋਪ ਲੱਗਦੇ ਰਹਿਣੇ ਆ। ਹੁਣ ਉਹਨੂੰ ਆਪਾਂ ਮਨਸ਼ਾ ਨੂੰ ਉਹਨਾਂ ਦੀ ਸ਼ੱਕ ਨਹੀਂ ਕਰ ਸਕਦੇ, ਉਹਨਾਂ ਦਾ ਜੋ ਕਹਿਣਾ ਹੈ ਕਿ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਗਾਣਾ ਬੰਦ ਕੀਤਾ ਤਾਂ ਜਮਹੂਰੀਅਤ ਤੇ ਹਮਲਾ ਹੈ, ਉਹ ਠੀਕ ਹੈ ਉਹਨਾਂ ਨੇ ਕਿਹਾ ਤਾਂ ਉਹਨਾਂ ਦੀ ਸਰਕਾਰ ਦੇ ਵੇਲੇ ਵੀ ਬਹੁਤ ਗੀਤ ਉਹਨਾਂ ਦੇ ਜਿਹੜੇ ਬੈਨ ਹੋਏ ਆ, ਉਸ ਤੋਂ ਪਹਿਲਾਂ ਦੀਆਂ ਸਰਕਾਰਾਂ ਵੇਲੇ ਵੀ ਬੈਨ ਹੁੰਦੇ ਆ ਤੇ ਅਕਸਰ ਬੈਨ ਹੁੰਦੇ ਰਹਿੰਦੇ ਆ। ਸਿਆਸਤਦਾਨਾਂ ਨੂੰ ਇਹਦੇ ਵਿੱਚ ਹੁੰਦਾ ਹੈ ਕਿ ਸਿਆਸਤਦਾਨਾਂ ਨੂੰ ਮੌਕਾ ਮਿਲਦਾ ਹੈ ਕਿ ਜੀ ਅਸੀਂ ਆਵਾਜ਼ ਚੱਕੀਏ, ਲੋਕਾਂ ਨੂੰ ਖੜਾ ਕਰੀਏ ਸਰਕਾਰ ਦੇ ਵਿਰੁੱਧ ਤੇ ਉਹਨਾਂ ਦਾ ਕੰਮ ਵੀ ਹੈ ਕਿਉਂਕਿ ਓਪੋਜੀਸ਼ਨ ਦੇ ਵਿੱਚ ਹੈਗੇ ਆ ਤਾਂ ਸਰਕਾਰ ਦੇ ਖਿਲਾਫ ਜਿਹੜੇ ਲੋਕਾਂ ਦੀ ਆਵਾਜ਼ ਬਣਨਾ ਉਹਨਾਂ ਦੀ ਜ਼ਿੰਮੇਵਾਰੀ ਹੈ। ਪਰ ਇਹਦੇ ਤੋਂ ਵੀ ਵੱਡੀ ਚੀਜ਼ ਕੀ ਹੈ ਕਿ ਲੋਕਾਂ ਦੇ ਨਾਲ ਉਹ ਚੀਜ਼ਾਂ ਲੋਕਾਂ ਦੀਆਂ ਉਹ ਗੱਲਾਂ ਉਠਾਉਣੀਆਂ ਜਿਹੜੀਆਂ ਲੋਕਾਂ ਨੂੰ ਵੀ ਨਹੀਂ ਪਤਾ ਜੀ। ਹੁਣ ਇਸ ਮਾਮਲੇ ਦੇ ਵਿੱਚ ਜਦੋਂ ਤੁਸੀਂ ਬਿਆਨ ਦਿੰਦੇ ਹੋ ਇਹ ਸਾਰੇ ਲੋਕਾਂ ਨੂੰ ਪਤਾ ਹੈ। ਜੈਨੀ ਜੌਹਲ ਦਾ ਗੀਤ ਰਿਲੀਜ਼ ਹੁੰਦਾ ਹੈ,
ਸਾਰੇ ਲੋਕਾਂ ਨੂੰ ਪਤਾ, ਪਿੰਡਾਂ ਦੇ ਵਿੱਚ ਬੱਚਿਆਂ ਨੂੰ ਪਤਾ। ਜਿਵੇਂ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਰੀਲਸ ਬਣ ਗਈਆਂ, ਛੋਟਾ ਕੰਟੈਂਟ ਸ਼ੇਅਰ ਹੋ ਗਿਆ, ਸਾਰੀਆਂ ਚੀਜ਼ਾਂ ਲੋਕਾਂ ਤੱਕ ਪਹੁੰਚ ਗਈਆਂ, ਸੋਸ਼ਲ ਮੀਡੀਆ ਦੇ ਵਿੱਚ ਲੋਕਾਂ ਤੱਕ ਪਹੁੰਚੀ ਹੋਈ ਹੈ। ਪਰ ਓਪੋਜੀਸ਼ਨ ਨੂੰ ਕੀ ਚਾਹੀਦਾ ਕਿ ਇਹੋ ਜਿਹੇ ਮੁੱਦਿਆਂ ਤੇ ਤਾਂ ਗੱਲ ਕਰਨੀ ਹੈ, ਚਲੋ ਇਹ ਪ੍ਰਤੀਕਿਰਿਆ ਆਉਣੀ ਸੀ, ਆ ਗਈ, ਪਰ ਉਹਦੇ ਨਾਲ ਜਿਹੜੇ ਅਸਲ ਮੁੱਦੇ ਹੈਗੇ ਆ, ਜਿਹੜੇ ਲੋਕਾਂ ਨੂੰ ਪਤਾ ਵੀ ਨਹੀਂ, ਜਿਹੜੇ ਲੋਕਾਂ ਨੂੰ ਆਪਣੇ ਬਾਰੇ ਪਤਾ ਨਹੀਂ ਕਿ ਸਾਡੇ ਮੁੱਦੇ ਨੇ ਇਹ, ਉਹਨਾਂ ਮੁੱਦਿਆਂ ਬਾਰੇ ਗੱਲ ਕਰਨੀ। ਹੁਣ ਇਹਦੇ ਪਿੱਛੇ ਸਿਰਫ ਜੈਨੀ ਜੌਹਲ ਦਾ ਗੀਤ ਦਾ ਮਾਮਲਾ ਨਹੀਂ ਹੈ। ਜੈਨੀ ਜੌਹਲ ਦਾ ਗੀਤ ਉਹਨੂੰ ਕਿਉਂ ਗਾਉਣਾ ਪਿਆ? ਉਹਦੇ ਪਿੱਛੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣੀ ਹੋਈ ਹੈ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣੀ ਹੋਈ ਹੈ ਤਾਂ ਉਹਦੇ ਲਈ ਕਿਹੜੀ ਸਰਕਾਰ ਜ਼ਿੰਮੇਵਾਰ ਹੈ, ਕੌਣ ਲੋਕ ਜ਼ਿੰਮੇਵਾਰ ਹੈ, ਉਹਦੇ ਤੇ ਕੰਮ ਕਰਨਾ ਚਾਹੀਦਾ। ਗੱਲ ਇਹ ਨਹੀਂ ਹੈ ਕਿ ਕਿਸੇ ਸਿੰਗਰ ਨੇ ਗੀਤ ਗਾਇਆ ਤੇ ਉਹ ਗੀਤ ਸਰਕਾਰ ਨੇ ਬੈਨ ਕਰਤਾ ਜਾਂ ਕਿਸੇ ਵੀ ਤਰੀਕੇ ਬੈਨ ਹੋ ਗਿਆ, ਸਰਕਾਰ ਨੇ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ। ਪਰ ਮੇਨ ਗੱਲ ਇਹ ਹੁੰਦੀ ਹੈ ਕਿ ਗੀਤ ਬੈਨ ਹੋਇਆ, ਪਰ ਗੀਤ ਦੇ ਵਿੱਚ ਕੀ ਹੈ, ਗੀਤ ਦੇ ਬੋਲ ਕਿਹੜੇ ਨੇ, ਗੀਤ ਗਾਉਣਾ ਕਿਉਂ ਪਿਆ, ਉਸ ਗੀਤ ਦੇ ਵਿੱਚ ਇਹੋ ਜਿਹਾ ਕੀ ਹੈ ਜਿਹੜਾ ਉਹਨੂੰ ਬੈਨ ਕਰਨਾ ਪਿਆ। ਉਸ ਗੀਤ ਦੇ ਵਿੱਚ ਇੱਕ ਹੱਤਿਆ, ਇੱਕ ਮੌਤ ਹੈ, ਔਰ ਉਹ ਮੌਤ ਪੰਜਾਬ ਦੀ ਮੌਤ ਹੈ, ਉਹ ਪੰਜਾਬ ਦੇ ਯੂਥ ਦੀ ਮੌਤ ਹੈ। ਪੰਜਾਬ ਦਾ ਯੂਥ ਮਰ ਰਿਹਾ, ਜਿੱਥੇ ਗੈਂਗਸਟਰਸ ਵੱਧ ਰਹੇ ਆ, ਹਥਿਆਰ ਆ ਰਹੇ ਆ, ਉਸ ਵੇਲੇ ਤੇ ਆ ਕੇ ਸਰਕਾਰਾਂ ਇੱਕ ਦੂਜੇ ਤੇ, ਪੋਲੀਟੀਕਲ ਪਾਰਟੀਆਂ ਇੱਕ ਦੂਜੇ ਤੇ ਆਰੋਪ ਲਾਉਂਦੇ ਰਹਿੰਦੀਆਂ। ਪਰ ਇਹਦਾ ਹੱਲ ਕੱਢਣ ਦੀ ਕੋਸ਼ਿਸ਼ ਹੁਣ ਕਰਨੀ ਚਾਹੀਦੀ ਹੈ। ਜਿਹੜਾ ਇਹ ਗੀਤ ਸੀਗਾ, ਚਲੋ ਗੀਤ ਦਾ ਤਾਂ ਇੱਕ ਮਾਮਲਾ ਰਿਹਾ ਕਿ ਗੀਤ ਬੈਨ ਕਰਤਾ, ਇਸ ਤੋਂ ਪਹਿਲਾਂ ਵੀ ਕਈ ਗੀਤ ਬੈਨ ਹੋਏ ਆ, ਪਰ ਮੇਨ ਗੱਲ ਇਹੀ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ, ਉਸ ਮੌਤ ਦਾ ਜ਼ਿਕਰ ਹੈ ਇਸ ਗੀਤ ਦੇ ਵਿੱਚ, ਤੇ ਇਸ ਗੀਤ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਜਿਹੜੀ, ਉਹਨੂੰ ਲੈ ਕੇ ਵੱਡੀ ਚੀਜ਼ ਹੈ। ਲੋਕਾਂ ਦਾ ਸ਼ੱਕ, ਮਤਲਬ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਇੱਥੋਂ ਤੱਕ ਸਾਡੀ ਸੋਚ ਪਹੁੰਚ ਗਈ ਹੈ ਕਿ ਲੋਕਾਂ ਦਾ ਨਿਆਂਪਾਲਿਕਾ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ, ਲੋਕਾਂ ਦਾ ਪੁਲਿਸ ਤੋਂ, ਇਨਵੈਸਟੀਗੇਸ਼ਨ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਲੋਕ ਸਵਾਲੀਆ ਨਿਸ਼ਾਨ ਲਾਉਂਦੇ ਆ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਆ, ਉਹਨਾਂ ਤੇ ਸਵਾਲ ਕੀਤੇ ਜਾਂਦੇ ਆ, ਸਰਕਾਰ ਇਨਵੈਸਟੀਗੇਸ਼ਨ ਕਰਵਾਉਂਦੀ ਆ, ਉਹਦੇ ਤੇ ਸਵਾਲ ਕੀਤੇ ਜਾਂਦੇ ਆ। ਪੰਜਾਬ ਕਿੱਥੇ ਆ ਕੇ ਖੜਾ ਹੈ, ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਤੇ ਗੌਰਵ ਜੀ, ਅਸੀਂ ਇਹ ਕਹਿ ਸਕਦੇ ਹਾਂ ਕਿਉਂਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਕਈ ਲੋਕਾਂ ਨੇ ਲਾਈਮਲਾਈਟ ਦੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ, ਕਈ ਸਿੰਗਰਸ ਨੇ ਜਿਹੜਾ ਹੈ ਗਾਣੇ ਬਣਾਏ ਵੀ, ਹਾਲਾਂਕਿ ਉਹਨਾਂ ਦੇ ਫੇਵਰ 'ਚ ਨਹੀਂ ਕਵਾਂਗੀ, ਲੇਕਿਨ ਉਹਨਾਂ ਦੇ ਫੇਵਰ ਦੇ ਵਿੱਚ ਬੋਲ ਜ਼ਰੂਰ ਬੋਲੇ। ਕਈ ਆਰਟਿਸਟ ਅਜਿਹੇ ਨੇ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਨਾਂ ਤੇ ਫੇਮਸ ਵੀ ਹੋਏ, ਚਾਹੇ ਉਹ ਕਾਮੇਡੀ ਦੇ ਵਿੱਚ ਹੋ ਜਾਂ ਫਿਰ ਉਹਨਾਂ ਦਾ ਐਕਟਿੰਗ ਕਰਦੇ ਸੀ। ਤੇ ਇਸ ਚੀਜ਼ ਨੂੰ ਕਿਹਾ ਜਾ ਸਕਦਾ ਹੈ ਕਿ ਫੇਮ ਵਾਸਤੇ ਗਾਣਾ ਬਣਾਇਆ ਗਿਆ ਸੀ, ਕਿਉਂਕਿ ਆਰੋਪ ਇਹ ਵੀ ਲੱਗ ਸਕਦੇ ਨੇ। ਪੂਜਾ ਜੀ, ਇੱਦਾਂ ਹੈਗਾ ਕਿ ਫੇਮ ਦੀ ਗੱਲ ਚਾਹੇ ਹੋਵੇ, ਮਗਰ ਬੰਦਿਆਂ ਨੂੰ ਇਨਸਾਫ ਮਿਲਣਾ ਚਾਹੀਦਾ, ਚਾਹੇ ਉਹ ਫੇਮ ਲਈ ਕਰਨ, ਚਲੋ ਉਹਦੇ ਨਾਲ ਮਸ਼ਹੂਰ ਹੋ ਰਿਹਾ, ਇੱਕ ਬੰਦੇ ਨੂੰ ਇਨਸਾਫ ਮਿਲਣਾ ਚਾਹੀਦਾ। ਅਗਰ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਮਿਲਦਾ, ਉਹਦੇ ਮਾਤਾ ਪਿਤਾ ਨੂੰ ਇਹੀ ਡਰ ਹੈ ਕਿ ਇਹ ਜ਼ਿਆਦਾ ਸਭ ਕੁਝ ਠੰਡੇ ਬਸਤੇ 'ਚ ਪੈ ਜਾਏਗਾ। ਅਗਰ ਉਸ ਦੌਰਾਨ ਆਹ ਜੈਨੀ ਜੌਹਲ ਹੋ ਗਈ ਜਾਂ ਕੁਝ ਹੋ ਗਈ, ਆਪਣੇ ਮਤਲਬ ਜੇ ਅਗਰ ਉਹ ਗਾਣਾ ਗਾਉਂਦੇ ਵੀ ਹੈ, ਬਸ ਇਸ ਨਾਲ ਇਹ ਹੈ ਕਿ ਆਪਾਂ ਵੀ ਚਾਹੁੰਦੇ ਹਾਂ ਕਿ ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲਣਾ ਚਾਹੀਦਾ। ਅਗਰ ਇਨਸਾਫ ਨਹੀਂ ਮਿਲਦਾ ਤਾਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦੇਣਾ, ਆਮ ਲੋਕਾਂ ਨੇ, ਕਿ ਜੀ ਐਡਾ ਵੱਡਾ ਸੈਲੀਬ੍ਰਿਟੀ ਸੀਗਾ, ਉਹਨੂੰ ਤਾਂ ਜੀ ਇਨਸਾਫ ਮਿਲਿਆ ਨਹੀਂ, ਸਾਨੂੰ ਇਨਸਾਫ ਕੀ ਮਿਲੇਗਾ। ਮੈਂ ਇਹ ਗੱਲ 3-4 ਮਹੀਨੇ ਪਹਿਲਾਂ ਵੀ ਚੱਕੀ ਸੀਗੀ ਕਿ ਜਿਹੜਾ ਹੈਗਾ ਇੱਥੇ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਬਿਲਕੁਲ ਵੀ ਹੱਲੇ ਠੀਕ ਨਹੀਂ ਹੈਗੀ। ਤਾਂ ਆਪਣਾ ਹੁਣ ਆਪਾਂ ਨੂੰ 6 ਮਹੀਨੇ ਹੋ ਚੁੱਕੇ ਆ, ਉਸ ਤੋਂ ਬਾਅਦ ਵੀ ਆਪਾਂ ਲਾਅ ਐਂਡ ਆਰਡਰ ਦੇਖ ਰਹੇ ਹਾਂ, ਕੋਈ ਜ਼ਿਆਦਾ ਦਰੁਸਤ ਨਹੀਂ ਹੋ ਰਹੀ। ਹੁਣ ਤਾਂ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਵੀ ਕਹਿਤਾ ਹੈਗਾ ਕਿ ਜਿਹੜੇ ਇਹ ਸਰਕਾਰ ਹੈਗੀ ਹੈ ਪਿਛਲੀ ਸਰਕਾਰਾਂ ਵਾਂਗ ਹੀ ਕੰਮ ਕਰ ਰਹੀ ਹੈ, ਸਾਨੂੰ ਤਾਂ ਕੋਈ ਚੇਂਜ ਹੈਗਾ ਉਹ ਨਜ਼ਰ ਨਹੀਂ ਆਇਆ। ਪੁਲਿਸ ਇੰਨੀ ਮਿਹਨਤ ਕਰਦੀ ਆ, ਉਸ ਤੋਂ ਬਾਅਦ ਬੰਦੇ ਫੜਦੀ ਆ ਜਾਂ ਇਹੋ ਜਿਹੇ ਕ੍ਰਿਮੀਨਲ ਫੜਦੀ ਹੈ, ਉਸ ਤੋਂ ਬਾਅਦ ਅਸੀਂ ਦੇਖਿਆ ਜਿਵੇਂ ਆਹ ਟੀਨੂ ਹੈਗਾ, ਇਹਦੇ ਮਤਲਬ ਇਹ ਕਿੱਦਾਂ ਉਹਦੇ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਨਿਕਲ ਜਾਂਦਾ। ਇਹ ਸਾਰੀਆਂ ਪੁਲਿਸ ਨੂੰ ਸੋਚਣ ਵਾਲੀਆਂ ਗੱਲਾਂ ਹੈਗੀਆਂ ਕਿ ਲੋਕਾਂ ਨੂੰ ਤੁਹਾਡੇ ਤੇ ਵਿਸ਼ਵਾਸ ਤੁਸੀਂ ਦੁਬਾਰਾ ਜਗਾਉਣਾ ਹੈ, ਉਹ ਕਿੱਦਾਂ ਜਗਾਏਂਗੇ। ਇਹ ਸਾਰੀ ਜ਼ਿੰਮੇਵਾਰੀ ਹੈਗੀ ਹੈ ਭਗਵੰਤ ਮਾਨ ਉਹਨਾਂ ਦੀ, ਬਟ ਹੁਣ ਉਹ ਵੀ ਕੀ ਕਰਨ। ਹੁਣ ਆਪਣੇ ਪੰਜਾਬ, ਆਪਣੇ ਹਿਮਾਚਲ ਤੇ ਗੁਜਰਾਤ ਦੇ ਵਿੱਚ ਇਲੈਕਸ਼ਨ ਚੱਲ ਰਹੇ ਆ, ਤੇ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਗਾਣਾ ਬੰਦ ਕਰਕੇ, ਯਾਨੀ ਕਿ ਤੁਸੀਂ ਆਪਣੇ ਆਪ ਤੇ ਹੀ ਆਪਣੇ ਆਪ ਨੂੰ ਉਹੀ ਦੋਸ਼ੀ ਠਹਿਰਾ ਰਹੇ ਹੋ। ਮੈਨੂੰ ਤਾਂ ਇਸ ਗਾਣੇ ਨੂੰ ਬੈਨ ਕਰਨ ਦਾ ਕੋਈ ਲੌਜਿਕ ਨਜ਼ਰ ਨਹੀਂ ਆਉਂਦਾ। ਪਰ ਦੂਜੇ ਪਾਸੇ ਇਹ ਹੈ, ਤੁਸੀਂ ਕਾਨੂੰਨ ਵਿਵਸਥਾ ਦੀ ਗੱਲ ਕੀਤੀ, ਅਸੀਂ ਕਾਨੂੰਨ ਵਿਵਸਥਾ ਦੀ ਹਿਸਾਬ ਦੇ ਨਾਲ ਦੀਪਕ ਟੀਨੂ ਗੈਂਗਸਟਰ ਦੀ ਤੁਸੀਂ ਗੱਲ ਕੀਤੀ, ਫਰਾਰ ਕੀਤੇ ਗਏ ਨੇ, ਆਖਿਰ ਕਮੀ ਕਿੱਥੇ ਤੁਹਾਨੂੰ ਨਜ਼ਰ ਆਈ? ਤੁਸੀਂ ਕਹਿ ਰਹੇ ਹੋ ਕਿ ਪੰਜਾਬ ਪੁਲਿਸ ਕੰਮ ਕਰ ਰਹੀ ਹੈ, ਮਿਹਨਤ ਕਰ ਰਹੀ ਹੈ, ਰੋਜ਼ ਅਸੀਂ ਦੇਖਦੇ ਹਾਂ ਕਿ ਡਰੋਨਸ ਰਾਹੀਂ ਹਥਿਆਰ ਫੜੇ ਜਾ ਰਹੇ ਨੇ ਜਾਂ ਫਿਰ ਨਸ਼ੇ ਦੀ ਸਪਲਾਈ ਫੜੀ ਜਾ ਰਹੀ ਹੈ, ਰੇਡਾਂ ਕੀਤੀਆਂ ਜਾ ਰਹੀਆਂ ਨੇ, ਗੈਂਗਸਟਰਸ ਨੂੰ ਫੜਿਆ ਜਾ ਰਿਹਾ ਹੈ। ਤੇ ਅਸੀਂ ਦੇਖਿਆ ਸੀ ਪਿਛਲੇ ਦਿਨੀ ਐਨਕਾਊਂਟਰ ਵੀ ਕੀਤਾ, 36 ਲੋਕਾਂ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ ਸਿੱਧੂ ਮੂਸੇਵਾਲੇ ਕਤਲकांड ਦੇ ਵਿੱਚ। ਤੇ ਆਖਿਰ ਕਿੱਥੇ ਕਮੀ ਹੈ, ਕੀ ਕੁਝ ਰਹਿ ਗਿਆ ਹੁਣ ਇਸ ਵਿੱਚ? ਇਹਦੇ ਵਿੱਚ ਮੈਮ ਜਿਹੜੀ ਸਭ ਤੋਂ ਵੱਡੀ ਗੱਲ ਹੈ, ਜਵਾਬਦੇਹੀ ਆਪਣੀ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਜੇ ਆਪਾਂ ਕਿਸੇ ਦੀ ਜਵਾਬਦੇਹੀ ਨਹੀਂ ਆਪਾਂ ਕਰਾਂਗੇ ਕਿ ਹਾਂ ਜਿੱਦਾਂ ਪੁਲਿਸ ਦੇ ਵੱਡੇ ਅਫਸਰ ਹੈਗੇ ਆ, ਉਹਨਾਂ ਦੀ ਜਵਾਬਦੇਹੀ ਨਹੀਂ ਤੈਅ ਹੋਏਗੀ, ਤਦ ਤੱਕ ਇਹ ਇੱਦਾਂ ਹੀ ਹੁੰਦਾ ਰਹੇਗਾ। ਅਗਰ ਜਿਹੜਾ ਉਹਨਾਂ ਸੀਐਮ ਸਾਹਿਬ ਹੈਗੇ ਆ ਭਗਵੰਤ ਮਾਨ ਜੀ, ਅਗਰ ਉਹ ਸਖਤੀ ਕਰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਅਫਸਰਾਂ ਨੂੰ ਕਿ ਹਾਂ ਵੀ ਸਾਡਾ ਸੀਐਮ ਸਖਤ ਹੈਗਾ,
ਫੇਰ ਤਾਂ ਉਹ ਸੁਚਾਰੂ ਰੂਪ ਨਾਲ ਕੰਮ ਕਰਨਗੇ, ਨਹੀਂ ਤਾਂ ਇਹ ਕੰਮ ਇੱਦਾਂ ਹੀ ਚੱਲਦੇ ਰਹੇਗੇ। ਉਹਨਾਂ ਸਾਹਮਣੇ ਤਾਂ ਜੀ ਮੀਟਿੰਗਾਂ ਦੇ ਵਿੱਚ ਕਹਿਤਾ ਜੀ ਹਾਂਜੀ ਅਸੀਂ ਇਹ ਕਰ ਲਾਂਗੇ, ਅਸੀਂ ਫੜ ਲਾਂਗੇ ਗੈਂਗਸਟਰ, ਅਸੀਂ ਇੰਨੇ ਗੈਂਗਸਟਰ ਫੜ ਲਏ, ਉਹਦਾ ਕੁਝ ਨਹੀਂ ਮਿਲਣਾ। ਇਹ ਜਦ ਤੱਕ ਅਗਲੀ ਭਗਵੰਤ ਮਾਨ ਜੀ ਅਗਰ ਸਖਤੀ ਨਹੀਂ ਕਰਦੇ, ਕਿਸੇ ਦੀ ਜਵਾਬਦੇਹੀ ਤੈਅ ਨਹੀਂ ਕਰਦੇ, ਜਾਂ ਤੇ ਉਹਦਾ ਸਸਪੈਂਡ ਨਹੀਂ ਕਰਦੇ, ਡਿਸਮਿਸ ਨਹੀਂ ਕਰਦੇ ਬੰਦੇ, ਜਦ ਇੱਦਾਂ 2-4 ਵਾਰੀ ਇੱਕ ਵਾਰ ਹੋਏਗਾ ਤਾਂ ਦੇਖਿਓ ਤੁਸੀਂ ਆਪਣੇ ਆਪ ਨਤੀਜੇ ਆਣਗੇ। ਤੇ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਵੀ ਇਹ ਗੱਲ ਕਹੀ ਹੈ ਕਿ ਲਾਅ ਐਂਡ ਆਰਡਰ ਤੋਂ ਮੈਨੂੰ ਇੰਨਾ ਵਿਸ਼ਵਾਸ ਉੱਠ ਗਿਆ ਹੈਗਾ ਕਿ ਮੇਰਾ ਬੇਟਾ ਅਗਰ ਉਸ ਦਿਨ ਨਾ ਜਾਂਦਾ, ਸਿੱਧੂ ਮੂਸੇਵਾਲਾ ਅਗਰ ਘਰ ਤੋਂ ਬਾਹਰ ਨਿਕਲ ਕੇ ਜਵਾਰ ਕੇ ਨਾ ਜਾਂਦਾ, ਤਾਂ ਸਾਨੂੰ ਹੀ ਉਹਨਾਂ ਨੇ ਸ਼ਰੇਆਮ ਕਹਿ ਰਹੇ ਹੈਗੇ ਜੀ ਘਰ ਸਾਡਾ ਪਲਾਨ ਇਹ ਸੀਗਾ ਕਿ ਅਸੀਂ ਤਾਂ ਜੀ ਘਰ 'ਚ ਵੜਨਾ ਸੀਗਾ ਤੇ ਘਰ 'ਚ ਵੜ ਕੇ ਆਪਾਂ ਫਾਇਰਿੰਗ ਕਰਕੇ ਸਾਰੇ ਹੀ ਬੰਦੇ ਮਾਰ ਦੇਣੇ ਸੀਗੇ। ਉਹਨਾਂ ਨੇ ਇਹ ਵੀ ਕਿਹਾ ਕਿ ਮੇਰਾ ਮੁੰਡਾ ਜਿਹੜਾ ਇੰਨਾ 42 ਕਰੋੜ ਰੁਪਇਆ ਆਪਣਾ ਕਹਿੰਦੇ ਟੈਕਸ ਦਿੰਦਾ ਸੀਗਾ ਪੰਜਾਬ ਸਰਕਾਰ ਨੂੰ ਜਾਂ ਗਵਰਨਮੈਂਟ ਨੂੰ ਦਿੰਦਾ ਸੀਗਾ, ਉਹ ਮੁੰਡੇ ਨੂੰ ਤੁਸੀਂ 2 ਆਪਣੇ ਕਹਿੰਦੇ 2 ਉਹਦੇ ਪੁਲਿਸ ਅਫਸਰ ਨਹੀਂ ਹੋਰ ਜਿਹੜਾ ਐਕਸਟਰਾ ਹੈਗਾ ਉਹ ਮੁਹੱਈਆ ਕਰਾ ਸਕੇ, ਜਦ ਕਿ ਤੁਹਾਨੂੰ ਸਾਹਬ ਤੁਹਾਡੀ ਇੰਟੈਲੀਜੈਂਸ ਨੂੰ ਪਤਾ ਸੀਗਾ ਕਿ ਮੇਰੇ ਮੁੰਡੇ ਨੂੰ ਮਾਰ ਦੇਣਾ ਹੈਗਾ। ਤੇ ਮਤਲਬ ਤਾਂ ਆਪਾਂ ਲਾਅ ਐਂਡ ਆਰਡਰ ਤੋਂ ਕਿਆ ਉਮੀਦ ਕਰ ਸਕਦੇ ਆ? ਉਹਦੇ ਫਾਦਰ ਬਾਰ-ਬਾਰ ਕਹਿ ਰਹੇ ਆ ਕਿ ਸਾਨੂੰ ਪੁਰਾਣੀ ਸਰਕਾਰ ਤੇ ਅੱਜ ਦੀ ਸਰਕਾਰ ਦੇ ਵਿੱਚ ਕੋਈ ਵੀ ਫਰਕ ਨਜ਼ਰ ਨਹੀਂ ਆ ਰਿਹਾ ਹੈਗਾ। ਬਿਲਕੁਲ। ਤੇ ਮੂਸੇਵਾਲੇ ਦੇ ਜਿਹੜੇ ਮਾਪੇ ਹੋਏ ਲਗਾਤਾਰ ਲੋਕਾਂ ਦੇ ਸਾਹਮਣੇ ਜਾਂਦੇ ਆ, ਮਿਲਦੇ ਆ ਲੋਕਾਂ ਨੂੰ, ਕਹਿੰਦੇ ਆ ਕਿ ਜਿਹੜੇ ਹਿਊਮਨ ਰਾਈਟਸ ਹੈ ਉਹ ਸਿਰਫ ਗੈਂਗਸਟਰਸ ਵਾਸਤੇ ਹੈ, ਚਾਹੇ ਉਹ ਲਾਰੈਂਸ ਬਿਸ਼ਨੋਈ ਹੋਵੇ ਜਾਂ ਜੱਗੂ ਭਗਵਾਨਪੁਰੇ ਹੋਏ। ਲੇਕਿਨ ਜਦ ਅਸੀਂ ਕਹਿੰਦੇ ਆ ਕਿ ਕੋਈ ਇਨਸਾਫ ਦਿਲਾਓ ਤਾਂ ਫਿਰ ਕੋਈ ਹਿਊਮਨ ਰਾਈਟਸ ਨਹੀਂ ਹੁੰਦੇ। ਠੀਕ ਹੈ। ਤੇ ਅਮਨ ਜੀ ਤੁਸੀਂ ਵੀ ਦੇਖਿਆ ਹੋਣਾ ਇਸ ਪੂਰਾ ਵਾਕਿਆ, ਸਿਕਿਉਰਿਟੀ ਦੀ ਅਸੀਂ ਗੱਲ ਕਰਦੇ ਹਾਂ, ਪਰ ਦੂਜੇ ਪਾਸੇ ਜਦ ਪੰਜਾਬ ਦੇ ਵਿੱਚ ਇੱਕ ਤੁਸੀਂ ਵੀ ਸੁਣਿਆ ਹੋ ਕਿ 47 ਗੱਡੀਆਂ ਚੱਲਦੀਆਂ ਸੀਐਮ ਦੇ ਨਾਲ। ਅੱਜ ਤੱਕ ਜਿੰਨੇ ਵੀ ਸੀਐਮ ਰਹੇ ਨੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਰਹੇ ਹੈ ਜਾਂ ਫਿਰ ਚਰਨਜੀਤ ਸਿੰਘ ਚੰਨੀ ਰਹੇ ਹੈ 2-3 ਸਾਲਾਂ ਦੇ ਵਿੱਚ, 10 ਸਾਲਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜੀ ਗੱਡੀਆਂ ਦਾ ਕਾਫਲਾ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਚੱਲਦਾ ਹੈ। ਜੀ ਬਿਲਕੁਲ। ਗੱਲ ਇਹ ਨਹੀਂ ਹੁੰਦੀ ਕਿ ਸਿਕਿਉਰਿਟੀ ਕਿੰਨੀ ਚੱਲਦੀ ਹੈ। ਕਿਸੇ ਵੀ ਸਟੇਟ ਦਾ ਸੀਐਮ ਹੁੰਦਾ ਹੈ ਜਾਂ ਮਿਨਿਸਟਰ ਹੈ, ਉਹ ਅਹਿਮ ਰੋਲ ਹੈ ਉਹਨਾਂ ਦਾ, ਤੇ ਉਹਨਾਂ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਹੈ। ਉਹ ਕਿਸੇ ਵੀ ਸਟੇਟ ਦੀ ਪੁਲਿਸ ਹੋਵੇ, ਕਿਸੇ ਵੀ ਸਟੇਟ ਦੀ ਇੰਟੈਲੀਜੈਂਸ ਹੋਵੇ, ਕੇਂਦਰ ਦੀ ਹੋਵੇ, ਉਹਨਾਂ ਨੂੰ ਸਿਕਿਉਰਿਟੀ ਦੇਣੀ ਜ਼ਰੂਰੀ ਹੈ। ਹੁਣ ਗੱਲ ਇਹ ਮੈਟਰ ਨਹੀਂ ਕਰਦੀ ਕਿ ਕਿੰਨੇ ਲੋਕ ਉਹਨਾਂ ਦੇ ਨਾਲ ਨੇ। ਜੇ ਅਸੀਂ ਗੱਲ ਕਰਦੇ ਹਾਂ ਉਹਨਾਂ ਨਾਲ 33 ਗੱਡੀਆਂ ਸੀ ਜਾਂ ਇਹਨਾਂ ਨਾਲ 47 ਜਾਂ 45 ਗੱਡੀਆਂ ਨੇ, ਉਹ ਪੰਜਾਬ ਦੀ ਪੂਰੇ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹ 5-7 ਜਾਂ 10 ਗੱਡੀਆਂ ਨੇ ਜਾਂ 15-20 ਜਾਂ 100 ਸਿਪਾਹੀਆਂ ਨੇ ਤਾਂ ਨਹੀਂ ਬਦਲਣੀ, ਉਹ 100 ਪੁਲਿਸਮੈਨ ਨੇ ਤਾਂ ਨਹੀਂ ਬਦਲਣੀ। ਉਹਦੇ ਲਈ ਸਾਰੇ ਪੁਲਿਸਮੈਨ ਹੈ, ਜਿੰਨੀ ਵੀ ਪੁਲਿਸ ਹੈ ਪੰਜਾਬ ਦੇ ਵਿੱਚ, ਸਾਰੀ ਪੁਲਿਸ ਨੂੰ ਹੀ ਕੰਮ ਕਰਨਾ ਪਊਗਾ। ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਬਾਕੀ ਜਿਹੜੀ ਸਿਚੁਏਸ਼ਨ ਹੈ ਉਹਨੂੰ ਕਿਵੇਂ ਸੰਭਾਲਿਆ ਜਾਂਦਾ ਹੈ, ਲਾਅ ਐਂਡ ਆਰਡਰ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਿਵੇਂ ਕੀਤਾ ਜਾਂਦਾ ਹੈ ਤੇ ਉਹਨੂੰ ਸੰਭਾਲਿਆ ਕਿਵੇਂ ਜਾਂਦਾ ਹੈ। ਇਹ ਸਿਚੁਏਸ਼ਨ ਦਾ ਡਰ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਕੰਮ ਕਰ ਰਹੇ ਹੈ, ਅਸੀਂ ਦੇਖਦੇ ਹਾਂ ਕਿ ਪੁਲਿਸ ਦੇ ਆਪਣੇ ਹੀ ਆਫੀਸਰਸ ਉਹ ਗੈਂਗਸਟਰਸ ਦੇ ਨਾਲ ਮਿਲੇ ਹੁੰਦੇ ਆ, ਉਹ ਡਰੱਗਸ ਦੇ ਵਿੱਚ ਇਨਵੋਲਵ ਹੁੰਦੇ ਆ, ਉਹ ਹੋਰ ਕਈ ਤਰੀਕੇ ਦੇ ਇਲੀਗਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੁੰਦੇ ਆ। ਮੇਨ ਪ੍ਰੋਬਲਮ ਹੈ ਇੱਥੇ ਨੈਕਸਸ ਤੋੜਨ ਦੀ। ਜਿਹੜਾ ਗੈਂਗਸਟਰਸ ਦਾ ਨੈਕਸਸ ਬਣਿਆ ਹੋਇਆ, ਜਿਹੜਾ ਡਰੱਗ ਪੈਡਲਰਸ ਦਾ ਨੈਕਸਸ ਬਣਿਆ ਹੋਇਆ, ਉਹ ਜੇਲ੍ਹ ਦੇ ਵਿੱਚ ਬੈਠੇ ਵੀ ਕੰਮ ਕਰਦੇ ਆ, ਪੁਲਿਸ ਹਿਰਾਸਤ ਦੇ ਵਿੱਚ ਵੀ ਕੰਮ ਕਰਦੇ ਆ, ਤੇ ਪੁਲਿਸ ਵੀ ਉਹਨਾਂ ਦੇ ਨਾਲ ਹੁੰਦੀ ਆ। ਕਈ ਜਗ੍ਹਾ ਤੇ ਅਸੀਂ ਦੇਖਦੇ ਹਾਂ ਕਿ ਕਈ ਪੁਲਿਸ ਆਫੀਸਰਸ, ਸਾਰੀ ਪੁਲਿਸ ਨਹੀਂ ਉਹਨਾਂ ਦੇ ਨਾਲ ਹੁੰਦੀ, ਕਈ ਕਰਪਟ ਪੁਲਿਸ ਆਫੀਸਰਸ ਹੈ ਜਿਹੜੇ ਆਪਦੇ ਲਾਲਚਾਂ ਕਰਕੇ ਇਹਨਾਂ ਲੋਕਾਂ ਨਾਲ ਰਲੇ ਹੁੰਦੇ ਆ। ਤੇ ਜਦੋਂ ਇਹ ਚੀਜ਼ਾਂ ਹੋਣਗੀਆਂ ਤਾਂ ਕਿੱਥੋਂ ਸੁਧਾਰ ਹੋਊਗਾ? ਸਵਾਲ ਸਹੀ ਇਹ ਨਹੀਂ ਹੈ ਕਿ ਸੀਐਮ ਦੀ ਸਿਕਿਉਰਿਟੀ ਦੇ ਵਿੱਚ ਕਿੰਨੇ ਲੋਕ ਨੇ ਜਾਂ ਕਿਸੇ ਮਿਨਿਸਟਰ ਦੀ ਸਿਕਿਉਰਿਟੀ ਦੇ ਵਿੱਚ ਕਿੰਨੇ ਲੋਕ ਨੇ। ਠੀਕ ਹੈ, ਉਹਨਾਂ ਨੂੰ ਵੀ ਮਿਨੀਮਮ ਰੱਖਣੇ ਪੈਣੇ ਆ। ਉਹਨਾਂ ਨੂੰ ਚਾਹੀਦਾ ਕਿ ਉਹ ਮਿਨੀਮਮ ਲੋਕਾਂ ਨੂੰ ਜਿੰਨਿਆਂ ਨਾਲ ਸਰਦਾ ਹੈ, ਜਿੰਨੇ ਸਿਕਿਉਰਿਟੀ ਦੇ ਲਈ ਚਾਹੀਦੇ ਆ, ਉਨੇ ਕੁ ਲੋਕ ਹੋਣ ਉਹਨਾਂ ਦੇ ਨਾਲ, ਤੇ ਉਹਦੇ ਨਾਲ ਖਰਚਾ ਵੀ ਵੱਧਦਾ ਹੈ। ਓਬਵੀਅਸਲੀ ਜੇ ਤੁਹਾਡੀਆਂ ਇੱਕ ਤੁਹਾਡੇ ਨਾਲ 30 ਗੱਡੀਆਂ ਚੱਲ ਰਹੀਆਂ, ਇੱਕ 45 ਗੱਡੀਆਂ ਚੱਲ ਰਹੀਆਂ, 15 ਗੱਡੀਆਂ ਦਾ ਚੱਲਣ ਦਾ ਖਰਚਾ ਬਹੁਤ ਹੈ ਤੇ 15 ਲੋਕਾਂ ਦਾ ਮੈਨ ਪਾਵਰ ਦਾ ਖਰਚਾ ਬਹੁਤ ਹੈ। ਉਹ ਹਰ ਕਿਸੇ ਦੇ ਇੱਕ ਵੈਲਿਊ ਹੁੰਦੀ ਹੈ, ਟਾਈਮ ਦੀ ਵੈਲਿਊ ਹੁੰਦੀ ਹੈ, ਹਰ ਚੀਜ਼ ਦੀ ਵੈਲਿਊ ਹੈ, ਤਾਂ ਖਰਚਾ ਬਹੁਤ ਹੈ। ਉਸ ਖਰਚੇ ਨੂੰ ਘਟਾਉਣਾ ਤਾਂ ਜ਼ਰੂਰੀ ਹੈ ਹੀ ਹੈ, ਤੇ ਉਹ ਲੋਕਾਂ ਨੂੰ ਕਿਤੇ ਹੋਰ ਵਰਤਿਆ ਜਾ ਸਕਦਾ ਹੈ। ਉਹ ਲੋਕਾਂ ਨੂੰ ਕਿਸੇ ਚੰਗੀ ਜਗ੍ਹਾ ਤੇ ਜਿੱਥੋਂ ਆਊਟਪੁੱਟ ਵਧੀਆ ਨਿਕਲਦੀ ਹੈ ਉੱਥੇ ਵਰਤਿਆ ਜਾ ਸਕਦਾ। ਪਰ ਇੰਪੋਰਟੈਂਟ ਚੀਜ਼ ਹੈ ਸਿਸਟਮ ਨੂੰ ਬਦਲਣ ਦੀ। ਸਿਸਟਮ ਬਦਲਿਆ ਜਾਊਗਾ, ਸਿਸਟਮ ਦੇ ਵਿੱਚ ਸੁਧਾਰ ਲਿਆਏ ਜਾਣਗੇ, ਨੈਕਸਸ ਤੋੜਿਆ ਜਾਊਗਾ, ਤਾਂ ਹੀ ਕੁਝ ਬਦਲਾਵ ਆ ਸਕਦਾ ਹੈ। ਉਸ ਤੋਂ ਇਲਾਵਾ ਬਦਲਾਵ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਬਿਲਕੁਲ। ਇਹ ਸਵਾਲ ਇਸ ਕਰਕੇ ਵੀ ਬਣਦਾ ਹੈ ਕਿਉਂਕਿ ਖਰਚੇ ਦੀ ਗੱਲ ਕਰੀਏ ਤੇ ਪੰਜਾਬ ਪਹਿਲਾਂ ਹੀ ਜਿਹੜਾ ਕਰਜ਼ੇ ਦੇ ਵਿੱਚ ਹੈ। ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਣਾ ਕਿ ਬਿਜਲੀ ਤਾਂ ਜ਼ਰੂਰ ਮੁਫਤ ਦਿੱਤੀ ਜਾਂਦੀ ਹੈ, ਲੇਕਿਨ ਉਸ ਵਿੱਚ ਵੀ ਜਿਹੜਾ ਸਰਕਾਰ ਨੇ ਕਰਜ਼ਾ ਚੁੱਕਿਆ ਹੈ। ਇਹ ਜਿਹੜਾ ਥੋੜੇ ਸਮੇਂ ਦੇ ਬਾਅਦ ਲੋਕਾਂ ਨੂੰ ਵੀ ਸਮਝ ਆ ਜਾਏਗੀ, ਆ ਪਤਾ ਲੱਗੇਗਾ, ਕਿਉਂਕਿ ਪੰਜਾਬ ਪਹਿਲਾਂ ਹੀ ਡੈਟ
ਜਿਹੜਾ ਕਾਫੀ ਜ਼ਿਆਦਾ ਹੈ ਪੰਜਾਬ ਉੱਤੇ 3000 ਕਰੋੜ ਹੈ, ਲੇਕਿਨ ਹਾਲਾਂਕਿ ਹੁਣ ਹੋਰ ਵੱਧ ਗਿਆ ਹੋਗਾ, ਜਿਹੜੇ ਸਰਕਾਰੀ ਆંકੜੇ ਹਲੇ ਤੱਕ ਸਾਹਮਣੇ ਨਹੀਂ ਆਏ। ਇਸ ਤੋਂ ਇਲਾਵਾ ਹਰਪਾਲ ਚੀਮਾ ਇਹ ਜ਼ਰੂਰ ਕਹਿੰਦੇ ਨੇ ਕਿ ਸਾਡੀ GST ਕਲੈਕਸ਼ਨ ਵੱਧ ਗਈ ਹੈ, ਲੇਕਿਨ ਕਿਤੇ ਨਾ ਕਿਤੇ ਜਿਹੜਾ ਕਰਜ਼ਾ ਚੱਕਿਆ ਹੈ, ਚਾਹੇ ਉਹ ਕੇਂਦਰ ਸਰਕਾਰ ਤੋਂ ਹੋਵੇ ਜਾਂ ਫਿਰ ਵਰਲਡ ਬੈਂਕ ਤੋਂ ਹੋਵੇ, ਉਹ ਤਾਂ ਵਾਪਸ ਕਰਨਾ ਹੀ ਹੈ। ਇਸ ਤੋਂ ਇਲਾਵਾ ਚੈਲੰਜਸ ਬਹੁਤ ਨੇ, ਕਿਉਂਕਿ ਬਾਰਡਰ ਸਟੇਟ ਹੈ, ਚਾਹੇ ਉਹ ਕਿਸਾਨਾਂ ਨੂੰ ਮੁਆਵਜ਼ੇ ਦੇਣ ਦੀ ਗੱਲ ਹੋਵੇ ਜਾਂ ਜਿਹੜਾ ਮਹਿਲਾਵਾਂ ਦੇ ਨਾਲ 1000 ਰੁਪਏ ਦੇਣ ਦੀ ਗੱਲ ਕੀਤੀ ਗਈ ਸੀ, ਉਸ ਚੀਜ਼ ਦੀ ਗੱਲ ਹੋਵੇ, ਇਹ ਸਾਰੀ ਚੀਜ਼ਾਂ ਜਿਹੜੀਆਂ ਰੈਵਨਿਊ ਮੰਗਦੀ ਹੈ। ਤੇ ਹਾਲੇ ਫਿਲਹਾਲ ਪੰਜਾਬ ਨੂੰ ਮਾਈਨਿੰਗ ਪਾਲਿਸੀ ਤੋਂ ਜਿਹੜੇ ਉਹਨਾਂ ਦਾ ਪੈਸਾ ਆਣਾ ਸੀਗਾ, ਤੇ ਇਸ ਤੋਂ ਇਲਾਵਾ ਐਕਸਾਈਜ਼ ਪਾਲਿਸੀ ਤੋਂ ਪੈਸਾ ਆਣਾ ਸੀ, ਜਿਵੇਂ ਕਿਹਾ ਗਿਆ ਸੀ ਕਿ ਸ਼ਰਾਬ ਦੇ ਕਾਰੋਬਾਰ ਤੋਂ ਪੈਸਾ ਆਏਗਾ, ਤੇ ਰੈਵਨਿਊ ਦਾ ਇੱਕ ਪੂਰਾ ਇਹਨਾਂ ਨੇ ਜਿਹੜਾ ਵਿਧਾਨ ਸਭਾ ਦੇ ਵਿੱਚ ਦੱਸਿਆ ਵੀ ਸੀਗਾ। ਲੇਕਿਨ ਦੋਨੋਂ ਹੀ ਪਾਲਿਸੀਜ਼ ਹਾਈ ਕੋਰਟ ਦੇ ਵਿੱਚ ਹੈ, ਦੋਨਾਂ ਦੇ ਉੱਤੇ ਜਿਹੜਾ ਫਿਲਹਾਲ ਸਟੇ ਲੱਗੀ ਹੋਈ ਹੈ, ਤੇ ਅਜਿਹੇ ਦੇ ਵਿੱਚ ਸਰਕਾਰ ਦੇ ਕੋਲ ਇਨਕਮ ਸੋਰਸ ਤਾਂ ਹੈ ਨਹੀਂ, ਕਿਉਂਕਿ ਉਸ ਵੇਲੇ ਇਹਨਾਂ ਨੇ ਸਿਕਿਉਰਿਟੀ ਇਹ ਕਰਕੇ ਕਿਹਾ ਸੀ ਕਿ ਬਹੁਤ ਵੱਧ ਖਰਚਾ ਪੈ ਰਿਹਾ ਪੰਜਾਬ ਸਰਕਾਰ ਤੇ, ਇਸ ਕਰਕੇ ਜਿਹੜਾ ਹੈ ਸਿਕਿਉਰਿਟੀ ਘਟਾਈ ਗਈ ਕਈ ਮੰਤਰੀਆਂ ਦੀ, ਕਈ ਸਾਬਕਾ ਮੰਤਰੀਆਂ ਦੀ, ਕਈ ਸਾਬਕਾ ਵਿਧਾਇਕਾਂ ਦੀ, ਇਹ ਕਹਿ ਕੇ। ਲੇਕਿਨ ਹੁਣ ਆਪਣੇ ਕੋਲ ਇੰਨੀ ਸਿਕਿਉਰਿਟੀ ਰੱਖਣਾ ਠੀਕ ਹੈ, ਸੀਐਮ ਨੂੰ ਥ੍ਰੈਟ ਹੈ, ਅਸੀਂ ਸਾਰੇ ਜਾਣਦੇ ਹਾਂ ਪੰਜਾਬ ਦੇ, ਲੇਕਿਨ ਇਸ ਤੋਂ ਇਲਾਵਾ ਹੋਰ ਵੀ, ਚਾਹੇ ਰਾਘਵ ਚੱਡਾ ਦਾ ਨਾਮ ਲਿੱਤਾ ਜਾਵੇ, ਅਰਵਿੰਦ ਕੇਜਰੀਵਾਲ ਦਾ ਨਾਮ ਲਿੱਤਾ ਜਾਵੇ, ਇਹ ਵਿਰੋਧੀਆਂ ਦੇ ਮੂੰਹ ਤੇ ਹਮੇਸ਼ਾ ਰਹਿੰਦਾ ਹੈ। ਜੀ ਦੇਖੋ, ਨਾਮ ਤਾਂ ਰਹਿਣਗੇ ਹੀ, ਕਿਉਂਕਿ ਜਿਹੜੀਆਂ ਗੱਲਾਂ ਕਰਕੇ ਤੁਸੀਂ ਸਰਕਾਰ ਦੇ ਵਿੱਚ ਆਏ ਹੋ ਉਹੀ ਗੱਲਾਂ ਜਦੋਂ ਤੁਸੀਂ ਕਰਦੇ ਹੋ ਤੇ ਲੋਕ ਸਵਾਲ ਚੱਕਣਗੇ। ਜਦੋਂ ਭਗਵੰਤ ਮਾਨ ਸਾਹਿਬ ਜਦੋਂ ਸੀਐਮ ਬਣਨਾ ਸੀ, ਹਜੇ ਇਹਨਾਂ ਨੇ ਇਲੈਕਸ਼ਨ ਲੜ ਰਹੇ ਸੀਗੇ, ਤਾਂ ਉਹ ਬੜੀ ਬੇਬਾਕੀ ਨਾਲ ਕਹਿੰਦੇ ਹੁੰਦੇ ਸੀ ਕਿ ਜੀ ਸੁਖਬੀਰ ਬਾਦਲ ਦਾ ਨਾਮ ਲੈ ਕੇ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ, ਇਹ ਸਭ ਦੇ ਨਾਮ ਲੈ ਕੇ ਉਹ ਗੱਲ ਕਰਦੇ ਹੁੰਦੇ ਸੀਗੇ ਕਿ ਇੰਨੇ ਸਿਕਿਉਰਿਟੀ ਪਰਸਨ ਤੁਸੀਂ ਨਾਲ ਰੱਖਦੇ ਹੋ, ਜੇ ਤੁਸੀਂ ਪੰਜਾਬ ਦੇ ਹੋ, ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਦੇ ਹੋ, ਤਾਂ ਤੁਹਾਨੂੰ ਪੰਜਾਬ ਦੇ ਲੋਕਾਂ ਤੋਂ ਕੀ ਡਰ? ਜੇ ਤੁਸੀਂ ਇੰਨਾ ਡਰਦੇ ਹੋ ਤਾਂ ਤੁਸੀਂ ਹੋਰ ਕੋਈ ਕਾਰੋਬਾਰ ਕਰ ਲਓ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਪੋਲਿਟਿਕਸ ਛੱਡੋ ਤੇ ਕੋਈ ਹੋਰ ਕਾਰੋਬਾਰ ਕਰ ਲਓ, ਜੇ ਤੁਹਾਨੂੰ ਆਪਣੀ ਸਿਕਿਉਰਿਟੀ ਲਈ ਇੰਨੇ ਲੋਕਾਂ ਦੀ ਲੋੜ ਪੈ ਰਹੀ ਹੈ। ਤੇ ਜਦੋਂ ਲੋਕ ਦੇਖਦੇ ਆ, ਹਾਲਾਂਕਿ ਲੋਕਾਂ ਨੂੰ ਤਾਂ ਇਹੀ ਪਤਾ ਹੈ ਕਿ ਭਗਵੰਤ ਮਾਨ ਕੀ ਕਹਿੰਦੇ ਸੀ ਤੇ ਹੁਣ ਕੀ ਕਹਿ ਰਹੇ ਨੇ, ਲੋਕਾਂ ਨੇ ਨਹੀਂ ਦੇਖਣਾ ਕਿ ਉਹਨਾਂ ਨੂੰ ਥ੍ਰੈਟ ਹੈ ਜਾਂ ਨਹੀਂ ਹੈ, ਜਾਂ ਸਿਕਿਉਰਿਟੀ ਦੀ ਕੀ ਲੋੜ ਹੁੰਦੀ ਹੈ, ਕਿਸੇ ਸੀਐਮ ਦੀ ਸਿਕਿਉਰਿਟੀ ਦੇ ਵਿੱਚ ਕਿੰਨੇ ਲੋਕ ਹੁੰਦੇ ਆ ਜਾਂ ਕੀ ਪ੍ਰੋਟੋਕਾਲ ਹੁੰਦੇ ਆ, ਇਹ ਲੋਕਾਂ ਨੂੰ, ਆਮ ਲੋਕਾਂ ਨੂੰ ਨਹੀਂ ਪਤਾ। ਜਦੋਂ ਆਮ ਲੋਕਾਂ ਦੀ ਗੱਲ ਆਉਂਦੀ ਹੈ ਤਾਂ ਮੈਂ ਉਹਦੇ ਵਿੱਚ ਪਿੰਡ ਦੇ ਵਿੱਚ ਸੱਥ ਤੇ ਬੈਠੇ ਕਿਸੇ ਬਜ਼ੁਰਗ ਦੀ ਵੀ ਗੱਲ ਕਰਦਾ, ਜਦੋਂ ਆਮ ਲੋਕਾਂ ਦੀ ਗੱਲ ਆਉਂਦੀ ਹੈ ਤਾਂ ਕਿਸੇ ਬੱਚੇ ਦੀ ਵੀ ਗੱਲ ਕਰਦੇ ਆ, ਬੀਬੀਆਂ ਦੀ ਵੀ ਗੱਲ ਹੁੰਦੀ ਆ, ਤੇ ਆਮ ਜਿਹੜੇ ਕਾਰੋਬਾਰ ਕਰਦੇ ਆ, ਦਿਹਾੜੀਦਾਰ ਹੋ ਗਏ ਜਾਂ ਬਿਜ਼ਨਸਮੈਨ ਹੋ ਗਏ, ਕੋਈ ਵੀ ਕਾਰੋਬਾਰ ਕਰ ਰਹੇ ਲੋਕ ਆ, ਉਹ ਸਾਰੇ ਆਮ ਲੋਕ ਆ। ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹੀ ਇੰਨੀ ਉਹਨਾਂ ਦੀ ਮਸ਼ਰੂਫੀਅਤ ਹੈ ਕਿ ਉਹਨਾਂ ਨੂੰ ਸਮਾਂ ਨਹੀਂ ਹੈ ਕਿ ਉਹ ਜਾ ਕੇ ਪ੍ਰੋਟੋਕਾਲ ਚੈੱਕ ਕਰਨ ਕਿ ਕਿਹਨੂੰ ਕਿੰਨੀ ਸਿਕਿਉਰਿਟੀ ਮਿਲਦੀ ਹੈ, ਕਿੰਨੇ ਲੋਕ ਮਿਲਦੇ ਆ। ਉਹ ਪੋਲੀਟੀਸ਼ੀਅਨਸ ਕੋਲੋਂ ਹੀ ਸੁਣਦੇ ਆ। ਪਹਿਲਾਂ ਭਗਵੰਤ ਮਾਨ ਕੋਲੋਂ ਸੁਣਿਆ ਸੀ ਉਹਨਾਂ ਨੇ ਕਿ ਬਾਦਲ ਜਾਂ ਕੈਪਟਨ ਜਾਂ ਚੰਨੀ ਜਾਂ ਹੋਰ ਨੇਤਾ ਮਿਸਯੂਜ਼ ਕਰ ਰਹੇ ਆ ਪੁਲਿਸ ਦਾ ਜਾਂ ਸਿਕਿਉਰਿਟੀ ਦਾ। ਪਹਿਲਾਂ ਉਹ ਭਗਵੰਤ ਮਾਨ ਦੇ ਮੂੰਹੋਂ ਸੁਣਦੇ ਸੀ ਤੇ ਅੱਜ ਹੋਰਾਂ ਦੇ ਮੂੰਹੋਂ ਸੁਣਦੇ ਆ ਕਿ ਭਗਵੰਤ ਮਾਨ ਇਹ ਸਭ ਕਰ ਰਹੇ ਆ। ਲੋਕਾਂ ਨੂੰ ਇਹ ਨਹੀਂ ਪਤਾ ਕਿ ਕੌਣ ਕੀ ਕਰ ਰਿਹਾ, ਤੇ ਲੋਕਾਂ ਨੂੰ ਇਹ ਪਤਾ ਕਰਨਾ ਵੀ ਨਹੀਂ ਹੈ। ਹੋ ਸਕਦਾ ਕਿ ਚੁਗਲੀਆਂ ਵਾਂਗੂ ਥੋੜੇ ਦੇਰ ਦਾ ਸਵਾਦ ਹੋਵੇ ਉਹਨਾਂ ਦੇ ਕੰਨਾਂ ਨੂੰ ਕਿ ਅਸੀਂ ਸੁਣ ਕੇ ਜਾਂ ਇਹ ਦੇਖ ਕੇ, ਤੇ ਥੋੜੇ ਟਾਈਮ ਲਈ ਉਹਨਾਂ ਨੂੰ ਆਪਦੀਆਂ ਪ੍ਰੋਬਲਮਸ ਕਿਤੇ ਭੁੱਲ ਜਾਂਦੀਆਂ ਹੋਣ, ਜਾਂ ਉਹ ਥੋੜਾ ਜਿਹਾ ਹੱਸ ਲੈਂਦੇ ਹੋਣ, ਜਾਂ ਥੋੜੀ ਜਿਹੀ ਚਿੰਤਾ ਜਤਾ ਦਿੰਦੇ ਹੋਣ। ਪਰ ਮੇਨ ਚਿੰਤਾ ਦਾ ਵਿਸ਼ਾ ਇਹ ਨਹੀਂ ਹੈ ਕਿ ਭਗਵੰਤ ਮਾਨ ਦੀ ਸਿਕਿਉਰਿਟੀ 'ਚ ਕਿੰਨੇ ਲੋਕ ਨੇ। ਮੇਨ ਵਿਸ਼ਾ ਚਿੰਤਾ ਦਾ ਇਹ ਹੈ ਕਿ ਪੰਜਾਬ ਦੇ ਲੋਕ, ਆਮ ਲੋਕ ਸੇਫ ਨਹੀਂ ਹੈਗੇ। ਪੰਜਾਬ ਦੇ ਆਮ ਲੋਕਾਂ ਦੇ ਕੋਲ ਸੇਫਟੀ ਨਹੀਂ ਹੈ, ਤੇ ਉਹ ਸੇਫਟੀ ਇਨਸ਼ੋਰ ਕਰਨੀ ਬੇਸ਼ੱਕ ਭਗਵੰਤ ਮਾਨ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ, ਤੇ ਇਹਦੇ ਲਈ ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਤੇ ਜਿਵੇਂ ਪਹਿਲਾਂ ਗੱਲ ਹੋਈ ਹੈ ਕਿ ਨੈਕਸਸ ਤੋੜਨਾ ਬਹੁਤ ਜ਼ਰੂਰੀ ਹੈ, ਉਹ ਨੈਕਸਸ ਤੋੜਿਆ ਜਾਵੇ ਤੇ ਪੰਜਾਬ ਦੇ ਲੋਕ ਆਪਣੇ ਆਪ ਹੀ ਸਹੀ ਰਾਹ ਤੇ ਆ ਜਾਣਗੇ, ਪੰਜਾਬ ਦੀ ਇਕਨੋਮੀ ਸਹੀ ਰਾਹ ਤੇ ਆ ਜਾਊਗੀ। ਪੰਜਾਬ ਦਾ ਲਾਅ ਐਂਡ ਆਰਡਰ ਸਿੱਧਾ ਪੰਜਾਬ ਦੀ ਇਕਨੋਮੀ ਦੇ ਨਾਲ ਜੁੜਦਾ ਹੈ। ਪੰਜਾਬ ਦੀ ਇਕਨੋਮੀ, ਤੁਸੀਂ ਦੇਖੋਗੇ ਇਕਨੋਮੀ ਦਾ ਵੀ ਬੁਰਾ ਹਾਲ ਹੁੰਦਾ ਜਾ ਰਿਹਾ ਤੇ ਲਾਅ ਐਂਡ ਆਰਡਰ ਦਾ ਵੀ ਬੁਰਾ ਹਾਲ ਹੁੰਦਾ ਜਾ ਰਿਹਾ। ਜਿਸ ਦਿਨ ਲਾਅ ਐਂਡ ਆਰਡਰ ਠੀਕ ਹੋਊਗਾ ਉਸੇ ਦਿਨ ਇਕਨੋਮੀ ਵੀ ਠੀਕ ਹੋਊਗੀ, ਜਿਸ ਦਿਨ ਇਕਨੋਮੀ ਠੀਕ ਹੋਊਗੀ ਉਸੇ ਦਿਨ ਲਾਅ ਐਂਡ ਆਰਡਰ ਵੀ ਠੀਕ ਹੋਊਗਾ। ਪੰਜਾਬ ਦੇ ਜਵਾਕਾਂ ਨੂੰ ਰੋਜ਼ਗਾਰ ਮਿਲੂਗਾ, ਪੰਜਾਬ ਦੇ ਲੋਕਾਂ ਨੂੰ ਕੰਮਕਾਰ ਵਧਣਗੇ, ਉਹਨਾਂ ਦਾ ਜੀਵਨ ਪੱਧਰ ਚੱਕਿਆ ਜਾਊਗਾ। ਜੇ ਜੀਵਨ ਪੱਧਰ ਵਧੀਆ ਹੋਊਗਾ ਤਾਂ ਕਿਹਨੇ ਗੈਂਗਸਟਰ ਬਣਨਾ ਹੈ? ਜਦੋਂ ਜੀਵਨ ਪੱਧਰ ਤੁਹਾਡਾ ਵਧੀਆ ਹੋ ਰਿਹਾ, ਤੁਹਾਡੇ ਕੋਲ ਚੰਗਾ ਰੋਜ਼ਗਾਰ ਹੈ, ਚੰਗੇ ਪਰਿਵਾਰ ਹੈਗੇ ਆ, ਖੁਸ਼ਹਾਲ ਪਰਿਵਾਰ ਹੈ, ਤਾਂ ਤੁਹਾਨੂੰ ਇਹਨਾਂ ਰਾਹਾਂ ਤੇ ਜਾਣ ਦੀ ਲੋੜ ਨਹੀਂ ਪੈਣੀ, ਤੇ ਕੋਈ ਵੀ ਬਾਹਰੀ ਫੋਰਸ, ਕੋਈ ਵੀ ਐਕਸਟਰਨਲ ਫੋਰਸ ਉਹ ਤੁਹਾਨੂੰ ਧੱਕੇ ਨਾਲ ਇਹੋ ਜਿਹੀਆਂ ਥਾਵਾਂ ਤੇ ਨਹੀਂ ਲੈ ਜਾ ਸਕਦੀ।
ਜੀ ਬਿਲਕੁਲ। ਤੇ ਗੌਰਵ ਜੀ, ਅਸੀਂ ਚੋਣਾਂ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਜਿਹੜੇ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ ਤੇ ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਦਿਖਾਇਆ ਸੀ, ਸਿੱਖਿਆ ਤੇ ਸਿਹਤ ਦਾ ਇੱਕ ਮਾਡਲ ਦਿਖਾਇਆ ਸੀ ਤੇ ਉਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਵੋਟਾਂ ਵੀ ਦਿੱਤੀਆਂ, 92 ਸੀਟਾਂ ਵੀ ਦਿੱਤੀਆਂ। ਹੁਣ ਗੁਜਰਾਤ ਦੇ ਵਿੱਚ ਉਹ ਚੋਣਾਂ ਨੇ, ਕੀ ਪੰਜਾਬ ਦੇ ਮੁੱਦੇ ਉੱਥੇ ਪ੍ਰਭਾਵਿਤ ਕਰ ਸਕਦੇ हैं, ਖਾਸ ਕਰ ਸਿੱਧੂ ਮੂਸੇਵਾਲਾ ਇਹ ਮੁੱਦਾ ਜਿਹੜਾ ਚੱਲ ਰਿਹਾ ਹੈ? ਸਿੱਧੂ ਮੂਸੇਵਾਲਾ ਦਾ ਜਿਹੜਾ ਮੁੱਦਾ ਹੈਗਾ ਇਹ ਤਾਂ ਸਿੱਧਾ ਪ੍ਰਭਾਵਿਤ ਕਰੂਗਾ। ਸਿੱਧੂ ਮੂਸੇਵਾਲਾ ਇੱਕ ਵਰਲਡ ਫੇਮ ਆਰਟਿਸਟ ਸੀਗਾ। ਸਿੱਧੂ ਮੂਸੇਵਾਲੇ ਨੂੰ ਹਰ ਤਰ੍ਹਾਂ ਦਾ ਬੰਦਾ ਜਾਣਦਾ ਹੈ, ਇਸ ਲਈ ਅਗਰ ਉਹ ਆਪਾਂ ਉਹਦੇ ਇਨਸਾਫ ਦੇ ਵਿੱਚ, ਖੈਰ ਹੁਣ ਤਾਂ ਇਲੈਕਸ਼ਨ ਨੇੜੇ ਹੀ ਆ ਗਏ ਹੈਗੇ ਆ, ਹੁਣ ਤਾਂ ਮਤਲਬ ਇਹਦਾ ਇੰਨਾ ਨਹੀਂ ਪਏਗਾ ਇੰਪੈਕਟ। ਤਾਂ ਹੀ ਉਹਨਾਂ ਨੇ ਗਾਣਾ ਇਹਨਾਂ ਨੂੰ ਆਪਣਾ ਜਿਹੜਾ ਹੈਗਾ ਬੈਨ ਕੀਤਾ ਹੈਗਾ। ਉਹਦਾ ਮੇਨ ਲੌਜਿਕ ਇਹੀ ਹੈ ਕਿ ਟਾਈਮ ਲਗਾ ਦਈਏ ਅਸੀਂ ਇਹ। ਤੇ ਮੈਨੂੰ ਭਗਵੰਤ ਮਾਨ ਤੋਂ ਉਮੀਦ ਹੈਗੀ ਹੈ ਵੈਸੇ ਕਿ ਭਗਵੰਤ ਮਾਨ ਜਿਹੜਾ ਹੈਗਾ ਆਪ ਵੀ ਆਰਟਿਸਟ ਰਿਹਾ, ਕਿ ਉਸ ਨਾਲ ਇਹ ਇਹਦੇ ਲਈ ਕੁਝ ਕਰੂਗਾ ਸਿੱਧੂ ਮੂਸੇਵਾਲੇ ਲਈ, ਔਰ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਲਾਊਗਾ। ਠੀਕ ਹੈ। ਤੇ ਲੇਕਿਨ ਕਿਤੇ ਨਾ ਕਿਤੇ ਇੱਕ ਚੀਜ਼ ਇਹ ਵੀ ਹੈ ਕਿ ਗੁਜਰਾਤ ਦੇ ਵਿੱਚ, ਕਿਉਂਕਿ ਹਰ ਸਟੇਟ ਦੇ ਆਪਣੇ ਇੱਕ ਮੁੱਦੇ ਹੁੰਦੇ ਹੈ, ਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ, ਠੀਕ ਹੈ ਇੱਕ ਮੁੱਦਾ ਤਾਂ ਰਹੇਗਾ ਸਿੱਧੂ ਮੂਸੇਵਾਲਾ, ਲੇਕਿਨ ਹੋਰ ਪੰਜਾਬ ਦੇ ਮੁੱਦੇ, ਕਿਉਂਕਿ ਅਸੀਂ ਹੁਣ ਵੀ ਦੇਖ ਰਹੇ ਹਾਂ ਜਿਹੜੇ ਅਧਿਆਪਕ ਹਾਲੇ ਵੀ ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਹੈ, ਟੈਂਕੀਆਂ ਤੇ ਉਹੀ ਲੋਕ ਚੜੇ ਨੇ ਜਿਹੜੇ ਕਿ ਪਿਛਲੇ ਚੋਣਾਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਸੋਹਾਣਾ ਦੇ ਵਿੱਚ ਜਿਹੜੀ ਇੱਕ ਟੀਚਰ ਸੀਗੀ ਉਹ ਹਾਲੇ ਵੀ ਟੈਂਕੀ ਤੇ ਚੜ ਗਈ ਦੁਬਾਰਾ ਫਿਰ ਤੋਂ। ਉਹ ਕਹਿ ਰਹੇ ਕਿ ਸਾਡੇ ਨਾਲ ਵਾਅਦਾ ਕੀਤਾ ਸੀ ਲੇਕਿਨ ਉਹ ਵਾਅਦਾ ਪੂਰੇ, ਇਹ ਸਾਰੇ ਮੁੱਦੇ ਉੱਥੇ ਕਿੰਨੇ ਕੀ ਜ਼ਿਆਦਾ ਤੁਹਾਨੂੰ ਲੱਗਦਾ ਇਨਫਲੂਐਂਸ ਕਰ ਪਾएंगे? ਜਾਂ ਗੁਜਰਾਤ ਦੀ ਛੱਡੋ, ਹਿਮਾਚਲ ਦੀ ਗੱਲ ਕਰਦੇ ਹਾਂ ਕਿਉਂਕਿ ਨਾਲ ਲੱਗਦਾ ਸੂਬਾ ਹੈ, ਕਿੰਨਾ ਕੀ ਜ਼ਿਆਦਾ ਪ੍ਰਭਾਵਿਤ ਕਰਨਗੇ? ਕਿਉਂਕਿ ਉੱਥੇ ਜਾ ਕੇ ਵੀ ਤੁਸੀਂ ਉਹਨਾਂ ਦੀ ਸਪੀਚਿਸ ਸੁਣੀਆਂ ਹੋਣੀਆਂ, ਉਹਨਾਂ ਦੀ ਰੈਲੀਜ਼ ਦੇਖੀਆਂ ਹੋਣੀਆਂ, ਤੇ ਉਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਦਿੱਲੀ ਨੂੰ ਸਹੀ ਕੀਤਾ, ਹੁਣ ਪੰਜਾਬ ਨੂੰ ਸਹੀ ਕੀਤਾ, ਤੇ ਹੁਣ ਗੁਜਰਾਤ ਨੂੰ ਵੀ ਬਦਲਾਵ ਦੇ ਵਿੱਚ ਲੈ ਕੇ ਆ ਰਹੇ ਨੇ। ਪਹਿਲਾਂ ਤਾਂ ਜੀ ਮੈਂ ਦੱਸਦਾ, ਆਮ ਆਦਮੀ ਪਾਰਟੀ ਦੇ ਕੋਲ ਕੋਈ ਵੀ ਅਲਾਦੀਨ ਦਾ ਚਿਰਾਗ ਹੈ ਨਹੀਂ ਕਿ ਉਹ ਦਿਨਾਂ ਦੇ ਵਿੱਚ ਜਿਹੜਾ ਹੈਗਾ ਇਹਨੂੰ ਆਪਣੀ ਇਹ ਸਾਰੀ ਪ੍ਰੋਬਲਮਾਂ ਦਾ ਹੱਲ ਕਰ ਲੈਣਗੇ। ਇਹ ਪ੍ਰੋਬਲਮਾਂ ਦੇ ਹੱਲ ਕਰਨ ਲਈ ਉਹਨਾਂ ਨੂੰ ਸੋਚਣਾ ਪਏਗਾ। ਇਹ ਟਾਈਮ ਲੱਗਦਾ ਹੈ ਇਹ ਚੀਜ਼ਾਂ ਨੂੰ, ਆਪਾਂ ਮੰਨਦੇ ਹਾਂ ਕਿ ਇਹ ਚੀਜ਼ਾਂ ਨੂੰ ਟਾਈਮ ਲੱਗਦਾ ਹੈਗਾ, ਬਟ ਇਹ ਹੈਗਾ ਕਿ ਉਹਨਾਂ ਅਗਰ ਬੇਸਿਕ ਚੀਜ਼ਾਂ ਤੇ ਚੱਲਣ, ਜਿਵੇਂ ਕਿ ਆਪਣਾ ਲਾਅ ਐਂਡ ਆਰਡਰ ਹੈਗਾ, ਹੁਣ ਇਹਨਾਂ ਨੇ ਬਿਜਲੀ ਦੇ ਬਿੱਲਾਂ ਦਾ ਕੀਤਾ, ਚਲੋ ਉਹਦਾ ਆਮ ਲੋਕਾਂ ਨੂੰ ਪ੍ਰਭਾਵ ਪੈ ਰਿਹਾ। ਉਹੀ ਆਪਣਾ ਇਹ ਗੁਜਰਾਤ ਦੇ ਵਿੱਚ, ਹਿਮਾਚਲ ਵੀ ਜਾ ਕੇ ਕਹਿ ਰਹੇ ਆ ਜੀ ਅਸੀਂ ਜਿਹੜੇ ਹੈਗੇ ਬਿਜਲੀ ਦੇ ਰੇਟ ਘੱਟ ਕੀਤੇ ਆ, ਆਪਾਂ ਇੱਧਰ ਵੀ ਰੇਟ ਘੱਟ ਕਰ ਦਾਂਗੇ। ਹਿਮਾਚਲ ਔਰ ਗੁਜਰਾਤ ਦੇ ਵਿੱਚ ਪਹਿਲੇ ਹੀ ਬਿਜਲੀ ਦੇ ਰੇਟ ਘੱਟ ਹੈਗੇ ਆ, ਉੱਥੇ ਉਹਨਾਂ ਦੇ ਮੁੱਦੇ ਅਲੱਗ ਹੋਣਗੇ। ਬਟ ਮੈਂ ਇਹ ਚਾਹੁੰਦਾ ਕਿ ਕਾਨੂੰਨ ਵਿਵਸਥਾ ਜੋ ਅਗਰ ਇਹਦਾ ਮੁੱਦਾ ਅਗਰ ਠੀਕ ਤਰੀਕੇ ਨਾਲ ਅਗਰ ਕਰਦੇ, ਇਹਨੂੰ ਹੱਲ ਕਰਦੇ, ਤਾਂ ਇਹ ਮੁੱਦਾ ਇਹਨਾਂ ਨੂੰ ਹਿਮਾਚਲ ਤੇ ਗੁਜਰਾਤ ਦੇ ਵਿੱਚ ਪੱਕਾ ਉਹਨਾਂ ਫਾਇਦਾ ਮਿਲਣਾ ਸੀ, ਜਿਹਦਾ ਮੈਨੂੰ ਲੱਗ ਰਿਹਾ ਹੁਣ ਇਹਨਾਂ ਨੂੰ ਕੁਝ ਜ਼ਿਆਦਾ ਫਾਇਦਾ ਨਹੀਂ ਮਿਲੇਗਾ। ਹਿਮਾਚਲ ਔਰ ਗੁਜਰਾਤ ਦੇ ਵਿੱਚ ਕੋਈ ਜ਼ਿਆਦਾ ਫਾਇਦਾ ਨਹੀਂ ਮਿਲੇਗਾ ਆਮ ਆਦਮੀ ਪਾਰਟੀ ਨੂੰ। ਠੀਕ ਹੈ। ਤੇ ਸ਼ਸ਼ਾਂਕ, ਅਸੀਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਦੇਖਿਆ ਸੀ ਜਿਹੜਾ ਕਿ ਹੁਣੇ ਸਪਟੈਂਬਰ ਦੇ ਵਿੱਚ ਸੀਗਾ। ਉਸ ਵਿੱਚ ਤੁਸੀਂ ਦੇਖਿਆ ਕਿ ਆਪੋਜੀਸ਼ਨ ਨੇ ਮੁੱਦੇ ਚੁੱਕਣੇ ਚਾਹੇ ਲੇਕਿਨ ਆਪੋਜੀਸ਼ਨ ਮੁੱਦੇ ਨਹੀਂ ਚੁੱਕ ਪਾਏ। ਇਸ ਦਾ ਇੱਕ ਕਾਰਨ ਇਹ ਵੀ ਕਹਿ ਸਕਦੇ ਕਿਉਂਕਿ ਉਹਨਾਂ ਦੀ ਗਿਣਤੀ ਘੱਟ ਹੈ। ਜਿੱਥੇ 92 ਵਿਧਾਇਕ ਹੈ ਤੇ ਉੱਥੇ ਆਪੋਜੀਸ਼ਨ ਨੂੰ ਪੂਰੇ ਮਿਲਾ ਕੇ 22 ਤੋਂ 25 ਲੋਕ ਨੇ ਪੂਰੇ। ਲੇਕਿਨ ਕਿਤੇ ਨਾ ਕਿਤੇ ਜਿਹੜੀ ਇੱਕ ਆਪੋਜੀਸ਼ਨ ਦੀ ਲੋੜ ਹੈ ਕਿ ਸਾਰੀ ਪਾਰਟੀਆਂ ਆਪਣਾ ਫਰਜ਼ ਨਿਭਾ ਰਹੀ ਹੈ, ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਗਰਾਊਂਡ ਰਿਐਲਿਟੀ ਕੀ ਕੁਝ ਕਹਿੰਦੀ ਹੈ, ਖਾਸ ਕਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ। ਹਾਲਾਂਕਿ ਅਸੀਂ ਰੋਜ਼ ਦੇਖਦੇ ਹਾਂ ਕਿ ਸਰਕਾਰ ਵੱਲੋਂ ਪ੍ਰੈਸ ਨੋਟ ਆਉਂਦੇ ਕਿ ਝੋਨੇ ਦੀ ਫਸਲ ਦੀ ਸਿੱਧੀ ਬਿਜਾਈ ਹੋ ਰਹੀ ਹੈ, ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਜਾ ਰਹੇ ਹੈ, ਹਰ ਰੋਜ਼ ਇੱਕ ਨਵਾਂ ਐਲਾਨ ਜਿਹੜਾ ਉਹ ਕੀਤਾ ਜਾਂਦਾ ਹੈ। ਤੇ ਵਿਰੋਧੀ ਆਰੋਪ ਲਗਾ हैं कि ये सिर्फ ऐलान करने वाली पार्टी है, इश्तिहार करने वाली पार्टी है। जी बिल्कुल पूजा, सब तो पहला अगर ग्राउंड जीरो की गल करिए तो पंजाब के ਵੱਖ-ਵੱਖ सूबियां दे विच लोग हैं जिहड़ा की है वो आम आदमी पार्टी तो किते ना किते पूजा निराश है, क्योंकि हुण तक आम आदमी पार्टी नूं 6 महीने हो गए पूजा, हुण तक आम आदमी पार्टी सिर्फ ऐलान कर रही है, बल्कि उन्हां उत्ते कोई उन्हां नूं इंप्लीमेंट नहीं कर रही। ते जे गल कीती जावे विरोधियां दी, पूजा विरोधी तां लगातार दिन प्रति दिन जिहड़ा की है आम आदमी पार्टी ते भारे पैंदे दिख रहे हैं, क्योंकि उन्हां दा कहना कि सिर्फ ऐलान कर दी है। ते क्योंकि पूजा अगर गल कीती जावे पंजाब दे लोकां दी, जिवें तुसीं कहा झोने दी फसल होगी, लोकां ने कहना कि खरीद नहीं हो रही, होर भी जिहड़ी आम आदमी पार्टी ने जिहड़ियां कि ऐलान कीते सी कि शुरू दे विच पहलां एक पूजा बिजली नूं लैके, उस तो इलावा जिहड़ा की है आम आदमी पार्टी हले पंजाब दे विच कुछ भी करन दे विच नाकामयाब हो रही है। जिवें कि तुसीं हुण लॉ एंड आर्डर दी गल कीती, वो भी पूजा हले तक पंजाब दे विच सही तरीके नाल सुधर नहीं पाया। ते दूजे पासे अगर गल कीती सिर्फ एक, अगर तुसीं एक ऐलान नूं पूरा कर दिओ, बिजली वाले ऐलान दे उत्ते जाके बाकी जिवें तुसीं गल कीती हिमाचल दी या गुजरात, उत्थे अगर तुसीं एक ऐलान नूं लैके हर पासे अगर तुसीं गल करोगे, उत्थे जाके भी ये सेम स्पीचां दोगे तां पूजा उसदे लोकां दे उत्ते जिहड़ा की है बहुत अच्छा प्रभाव नहीं पैंदा। और दूजे पासे गल कीती पूजा पिछे जिन्हां ने जिहड़ा की है मोहल्ला क्लिनिक दी भी जिहड़ा की है गल कीती सी, उन्होंने पंजाब दे विच कई थावां ते खुल गए, लेकिन पूजा पंजाब दे विच कई थावां इदां दियां है जिथे कि मोहल्ला क्लिनिक हले बंद पए ने, उन्हां दे उत्ते ताले लगे होए ने।
ਤੇ ਲੋਕੀ ਉਹਨਾਂ ਤੋਂ ਵੀ ਇੰਨਾ ਸੰਤੁਸ਼ਟ ਨਹੀਂ ਹੈਗੇ, ਕਿਉਂਕਿ ਜਿਹੜੀ ਇਹ ਦਵਾਈਆਂ ਪੂਜਾ ਲੋਕਾਂ ਨੂੰ ਉੱਥੇ ਆਮ ਹਸਪਤਾਲ ਦੇ ਵਿੱਚ ਮਿਲ ਰਹੀਆਂ, ਸੇਮ ਉਹੀ ਉੱਥੇ ਮਿਲ ਰਹੀਆਂ। ਹਾਲਾਂਕਿ ਲੋਕਾਂ ਨੂੰ ਲੋਕਾਂ ਦਾ ਕਹਿਣਾ ਕਿ ਇਸ ਚੀਜ਼ ਨੂੰ ਉਹ ਸੁਵਿਧਾ ਨਹੀਂ ਸਮਝਦੇ, ਜਿਹੜੀ ਉਹਨਾਂ ਨੂੰ ਕੁਝ ਐਕਸਟਰਾ ਜੋ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਕਿ ਅਸੀਂ ਆਹ ਕਰਕੇ ਦਿਖਾਵਾਂਗੇ, ਉਹ ਮਤਲਬ ਉਦਾਂ ਦਾ ਜੋ ਉਹਨਾਂ ਨੇ ਸਪੈਸ਼ਲ ਵਾਅਦੇ ਕੀਤੇ ਸੀ ਪੂਜਾ, ਉਸ ਵਾਅਦਿਆਂ ਨੂੰ ਕਿਤੇ ਨਾ ਕਿਤੇ ਕਰਨ ਵਿੱਚ ਜਿਹੜਾ ਕਿ ਆਮ ਆਦਮੀ ਪਾਰਟੀ ਨਾਕਾਮਯਾਬ ਨਜ਼ਰ ਆ ਰਹੀ ਹੈ। ਤੇ ਦੂਜੇ ਪਾਸੇ ਪੂਜਾ ਵਿਰੋਧੀ ਧਿਰ ਹੈ ਜਿਹੜਾ ਕਿ ਇੱਕ ਪਾਸੇ 92 ਐਮਐਲਏ ਪੂਜਾ, ਦੂਜੇ ਪਾਸੇ ਕੁਝ ਗਿਣਵੇਂ ਚੁਣਵੇਂ ਐਮਐਲਏ ਪੂਜਾ, ਉਹਨਾਂ ਦਾ ਆਵਾਜ਼ ਚੱਕਣਾ ਕਿਤੇ ਨਾ ਕਿਤੇ ਨਾਮੁਮਕਿਨ ਹੈ, ਕਿਉਂਕਿ ਇੰਨੇ ਐਮਐਲਏਆਂ ਦੇ ਵਿੱਚ ਅਗਰ ਕੋਈ ਬੰਦਾ ਆਵਾਜ਼ ਚੁੱਕਦਾ ਵੀ ਹੈ ਤਾਂ ਅਗਰ 92 ਵਿੱਚੋਂ 10 ਵੀ ਉਹਦਾ ਵਿਰੋਧ ਕਰਦੇ ਨੇ, ਕਿਤੇ ਨਾ ਕਿਤੇ ਵਿਰੋਧੀ ਜਿਹੜਾ ਕਿ ਠੰਡੇ ਪੈ ਜਾਂਦੇ। ਲੇਕਿਨ ਗਰਾਊਂਡ ਰਿਐਲਿਟੀ ਦੀ ਗੱਲ ਕੀਤੀ ਜਾਵੇ, ਆਰੋਪਾਂ ਦੀ ਗੱਲ ਕੀਤੀ ਜਾਵੇ ਪੂਜਾ, ਤੇ ਨਿਤ ਨਵੇਂ ਵਿਰੋਧੀ ਜਿਹੜੇ ਧਾਰੇ ਆਮ ਆਦਮੀ ਪਾਰਟੀ ਤੋਂ ਨਿਤ ਨਵੇਂ ਜਿਹੜਾ ਕਿ ਆਰੋਪ ਆਮ ਆਦਮੀ ਪਾਰਟੀ ਤੇ ਲਗਾਉਂਦੀ ਹੈ। ਤੇ ਹੁਣ ਪੂਜਾ ਆਮ ਆਦਮੀ ਪਾਰਟੀ ਨੂੰ ਜਿਵੇਂ ਉਹਨਾਂ ਨੇ ਹਵਾਲਾ ਦਿੱਤਾ ਸੀਗਾ ਕਿ ਅਸੀਂ ਦਿੱਲੀ 'ਚ ਕੰਮ ਕਰਕੇ ਦਿਖਾਇਆ, ਹੁਣ ਅਸੀਂ ਪੰਜਾਬ ਦੇ ਵਿੱਚ ਕੰਮ ਕਰਾਂਗੇ। ਪੰਜਾਬ ਦੇ ਵਿੱਚ ਪੂਜਾ ਹੱਲੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਜਿਹੜਾ ਕਿ ਹੈ ਕੰਮ ਕਰਨ ਦੇ ਵਿੱਚ ਨਾਕਾਮਯਾਬ ਰਹੀ ਹੈ। ਫਿਰ ਚਾਹੇ ਉਹ ਲਾਅ ਐਂਡ ਆਰਡਰ ਹੋਵੇ ਪੂਜਾ, ਫਿਰ ਚਾਹੇ ਉਹ ਪੰਜਾਬ ਦੇ ਜਿਹੜੇ ਬਾਕੀ ਦੇ ਹਾਲਾਤ ਹੋ, ਚਾਹੇ ਕਿਸਾਨਾਂ ਦੀ ਗੱਲ ਹੋਵੇ, ਕਿਉਂਕਿ ਖਾਸ ਕਰ ਪੂਜਾ ਧਰਨੇ ਪ੍ਰਦਰਸ਼ਨ ਸੇ ਹੁਣ ਵੀ ਸੰਗਰੂਰ ਦੇ ਵਿੱਚ ਜਿਹੜਾ ਕੀ ਹੈ ਧਰਨੇ ਲਗਾ ਦਿੱਤੇ ਗਏ ਨੇ। ਸੀਐਮ ਭਗਵੰਤ ਮਾਨ ਦੇ ਘਰ ਦੇ ਬਾਹਰ ਕਿਸਾਨਾਂ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ, ਧਰਨੇ ਪ੍ਰਦਰਸ਼ਨ ਉਹਨਾਂ ਨੇ ਕਿਹਾ ਸੀ ਖਤਮ ਕਰ ਦਾਂਗੇ। ਧਰਨੇ ਪੂਜਾ ਖਤਮ ਤਾਂ ਨਹੀਂ ਹੋ ਰਹੇ, ਹਾਲਾਂਕਿ ਹੋਰ ਵਾਧੇ ਜਿਹੜਾ ਕੀ ਨਜ਼ਰ ਆ ਰਹੇ ਆ। ਜਿਹੜੀ ਤੁਸੀਂ ਗੱਲ ਕੀਤੀ ਪੂਜਾ, ਜਿਹੜੀ ਉਹ ਜਿਹੜੇ ਟੀਚਰਸ ਨੇ ਜਿਹੜੇ ਪਿਛਲੇ ਜਦੋਂ ਨਵੀਂ ਸਰਕਾਰ ਬਣੀ, ਜਦੋਂ ਉਹਨਾਂ ਨੇ ਵਾਅਦੇ ਕਰਨੇ ਸ਼ੁਰੂ ਕੀਤੇ ਸੀ, ਜਿਹੜੀ ਟੈਂਕੀ ਤੋਂ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੇ ਮੈਨੂੰ ਮੂੰਹ ਬੋਲੀ ਆਪਣੀ ਭੈਣ ਕਿਹਾ ਸੀਗਾ ਤੇ ਕਿਹਾ ਸੀਗਾ ਜਦੋਂ ਵੀ ਸਾਡੀ ਸਰਕਾਰ ਹੈਗੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜਿਹੜਾ ਕੀ ਹੈ ਪੱਕਾ ਕਰਾਂਗੇ। ਲੇਕਿਨ ਉਹਨਾਂ ਨੂੰ ਫੇਰ ਦੁਬਾਰਾ ਤੋਂ ਹੁਣ ਟੈਂਕੀ ਤੇ ਚੜਨ ਦੀ ਲੋੜ ਪੈਗੀ। ਤਾਂ ਆਮ ਆਦਮੀ ਪਾਰਟੀ ਨੂੰ ਖੁਦ ਦੇਖਣਾ ਚਾਹੀਦਾ ਕਿ ਉਹਨਾਂ ਦੀ ਸਰਕਾਰ ਇਸ ਸਮੇਂ ਪੰਜਾਬ ਦੇ ਵਿੱਚ ਕਿੱਥੇ ਜਿਹੜਾ ਕੀ ਹੈ ਖੜੀ ਹੈ। ਲੋਕਾਂ ਦੇ ਵਿੱਚ ਜਿਹੜਾ ਪੂਜਾ ਜਿਸ ਹਿਸਾਬ ਦਾ ਲੋਕਾਂ ਦਾ ਉਤਸ਼ਾਹ ਸੀਗਾ, ਉਹ ਉਤਸ਼ਾਹ ਜਿਹੜਾ ਕੀ ਹੈ ਹੁਣ ਕਿਤੇ ਨਾ ਕਿਤੇ ਠੰਡਾ ਪੈਂਦਾ ਪੰਜਾਬ ਦੇ ਲੋਕਾਂ ਦਾ ਨਜ਼ਰ ਆ ਰਿਹਾ। ਤੇ ਪੰਜਾਬ ਹੁਣ ਸੀਐਮ ਭਗਵੰਤ ਮਾਨ ਨੂੰ ਇਸ ਗੱਲਾਂ ਦੇ ਉੱਤੇ ਗੂੜੀ ਤਰੀਕੇ ਦੇ ਨਾਲ ਜਿਹੜਾ ਕੀ ਹੈ ਸੋਚਣਾ ਪਏਗਾ, ਕਿਉਂਕਿ ਹਲੇ ਜਿਹੜਾ ਕੀ ਹੈ ਸਰਕਾਰ ਦਾ ਸਮਾਂ ਬਹੁਤ ਪਿਆ ਹੈ। ਘੱਟ ਸਮੇਂ ਦੇ ਵਿੱਚ ਸਿਰਫ ਹਲੇ ਇੱਕ ਐਲਾਨ ਨੂੰ ਪੂਰਾ ਕਰਦੇ ਆਮ ਆਦਮੀ ਪਾਰਟੀ ਨੇ ਹੋਰ ਕੁਝ ਨਹੀਂ ਕੀਤਾ ਪੂਜਾ। ਇਸ ਤੋਂ ਪਹਿਲਾਂ ਦਾ ਕਿ ਲੋਕਾਂ ਦਾ ਜਿਹੜਾ ਰੋਸ਼ ਜਿਹੜਾ ਕੀ ਹੈ ਹੋਰ ਵਾਜੇ, ਸੀਐਮ ਭਗਵੰਤ ਮਾਨ ਨੂੰ ਚਾਹੀਦਾ ਕਿ ਉਹ ਲੋਕਾਂ ਦੇ ਵਿੱਚ ਦੁਬਾਰਾ ਤੋਂ ਉਤਰ ਕੇ ਜਿਹੜਾ ਉਹਨਾਂ ਨੇ ਵਾਅਦੇ ਕੀਤੇ ਸੀ ਪੰਜਾਬ ਦੇ ਨਾਲ ਉਹਨੂੰ ਪੂਰਾ ਕਰਨ, ਤਾਂ ਕਿ ਪੰਜਾਬ ਦਾ ਲਾਅ ਐਂਡ ਆਰਡਰ ਤੇ ਪੰਜਾਬ ਦੇ ਜਿਹੜੇ ਕਿਸਾਨ ਹੈ, ਚਾਹੇ ਉਹ ਟੀਚਰਸ ਹੋਣ, ਸਭ ਨੂੰ ਜਿਹੜਾ ਕੀ ਹੈ ਵਾਅਦਿਆਂ ਦੇ ਅਨੁਸਾਰ ਜਿਹੜਾ ਹੈ ਉਹ ਖੁਸ਼ਹਾਲ ਰਹਿ ਸਕੇ। ਅਮਨ ਜੀ, ਇੱਕ ਆਖਰੀ ਸਵਾਲ ਤੁਹਾਡੇ ਤੋਂ ਲਵਾਂਗੀ, ਸਰਕਾਰ ਦਾ ਕਿੰਨਾ ਕੀ ਇੰਟਰਫੇਰੈਂਸ ਹੋਣਾ ਚਾਹੀਦਾ ਹੈ ਗਾਣਿਆਂ ਦੇ ਉੱਤੇ, ਖਾਸ ਕਰ ਐਂਟਰਟੇਨਮੈਂਟ ਇੰਡਸਟਰੀ ਦੇ ਉੱਤੇ? ਹਾਲਾਂਕਿ ਇਹਨਾਂ ਦੇ ਲਈ ਆਪਣੀ ਇੱਕ ਬੋਡੀ ਹੁੰਦੀ ਹੈ, ਕਿ ਪੰਜਾਬ ਦੇ ਇੰਡਸਟਰੀ ਦੇ ਲਈ ਕੋਈ ਬੋਡੀ ਹੈਗੀ ਜਿਹੜਾ ਕਿ ਗਾਣਾ ਦੇਖਦੀ ਹੈ ਕਿ ਕੀ ਜਾਣਾ ਚਾਹੀਦਾ ਹੈ, ਜਿਸ ਤਰੀਕੇ ਦੇ ਨਾਲ ਸੈਂਸਰ ਬੋਰਡ ਹੁੰਦਾ ਹੈ? ਕਿ ਪੰਜਾਬ ਦੇ ਵਿੱਚ ਅਜਿਹੀ ਮੰਗ ਜ਼ਰੂਰ ਉੱਠੀ ਸੀਗੀ, ਤੇ ਕੋਈ ਅਜਿਹਾ ਇੱਥੇ ਹੈਗਾ ਕੁਝ ਪੰਜਾਬ ਦੇ ਵਿੱਚ? ਪੰਜਾਬ ਦੇ ਵਿੱਚ ਗੀਤਕਾਰਾਂ ਤੇ ਗਾਇਕਾਂ ਵੱਲੋਂ ਵੀ ਸਮੇਂ-ਸਮੇਂ ਤੇ ਕਿਹਾ ਗਿਆ ਕਿ ਸਾਡਾ ਵੀ ਸੈਂਸਰ ਬੋਰਡ ਹੋਵੇ ਇੱਥੇ, ਜਿਹਨੂੰ ਅਸੀਂ ਗੀਤ ਸੈਂਸਰ ਕਰਵਾ ਕੇ ਅਸੀਂ ਫਿਰ ਚਲਾ ਸਕੀਏ। ਜਿੱਥੇ ਗੱਲ ਆਉਂਦੀ ਹੈ ਟੀਵੀ ਤੇ ਗੀਤ ਚਲਾਉਣ ਦੀ, ਤਾਂ ਟੀਵੀ ਦੇ ਲਈ ਸੈਂਸਰ ਫਿਰ ਵੀ ਕਿਸੇ ਹੱਦ ਤੱਕ ਹੁੰਦੇ ਆ, ਪਰ ਜਦੋਂ ਸੋਸ਼ਲ ਮੀਡੀਆ ਦੀ ਗੱਲ ਆਉਂਦੀ ਹੈ, ਸੋਸ਼ਲ ਮੀਡੀਆ ਤੇ ਕੋਈ ਸੈਂਸਰ ਨਹੀਂ ਹੁੰਦਾ। ਸੋਸ਼ਲ ਮੀਡੀਆ ਤੇ ਕਈ ਇਸ ਤਰ੍ਹਾਂ ਦੇ ਗੀਤ ਹੁੰਦੇ ਆ ਜਿਹੜੇ ਕਿ ਲੋਕਾਂ ਦੇ ਲਈ ਨਹੀਂ ਹੁੰਦੇ, ਜਿਹੜੇ ਸਭ ਲੋਕਾਂ ਦੇ ਲਈ ਨਹੀਂ ਹੁੰਦੇ, ਜਿਹੜੇ ਸਿਰਫ ਐਡਲਟਸ ਦੇ ਲਈ ਹੁੰਦੇ ਆ, ਜਿਹੜੇ ਬੱਚਿਆਂ ਲਈ ਨਹੀਂ ਹੁੰਦੇ। ਔਰ ਕਈ OTT ਪਲੇਟਫਾਰਮਸ ਆ ਜਿਹੜੇ ਬਕਾਇਦਾ ਇਸ ਚੀਜ਼ ਨੂੰ ਲਿਖ ਕੇ ਦੱਸਦੇ ਆ ਕਿ ਇਹ ਐਡਲਟਸ ਦੇ ਲਈ ਹੈ ਸਿਰਫ। ਵੀ ਇਸ ਗੀਤ ਦੇ ਵਿੱਚ ਅਸੀਂ ਹਥਿਆਰਾਂ ਦਾ ਯੂਜ਼ ਕੀਤਾ ਜਾਂ ਡਰੱਗਸ ਦਾ ਯੂਜ਼ ਕੀਤਾ, ਤੇ ਉਹਦੇ ਲਈ ਵੀ ਇੱਕ ਉਹਨਾਂ ਦੇ ਕਾਇਦੇ ਕਾਨੂੰਨ ਬਣੇ ਹੁੰਦੇ ਆ ਕਿ ਉਹਨਾਂ ਨੇ ਜਦੋਂ ਡਰੱਗਸ ਯੂਜ਼ ਕਰਦੇ ਦਿਖਾਉਣਾ ਹੈ ਕਿਸੇ ਨੂੰ, ਤਾਂ ਉਹਨਾਂ ਨੇ ਉੱਥੇ ਲਿਖਣਾ ਹੁੰਦਾ ਕਿ ਜੀ ਇਹ ਬਿਲਕੁਲ ਸਿਹਤ ਦੇ ਲਈ ਹਾਨੀਕਾਰਕ ਹੈ। ਤੇ ਇਸ ਤਰ੍ਹਾਂ ਦੀਆਂ ਹੋਰ ਕਈ ਚੀਜ਼ਾਂ ਹੁੰਦੀਆਂ, ਪਰ ਪੰਜਾਬ ਦੇ ਵਿੱਚ ਜਿਹੜੇ ਵੀ ਗੀਤ ਹੁਣ ਤੱਕ ਰਿਕਾਰਡ ਹੁੰਦੇ ਆ ਜਾਂ ਚੱਲਦੇ ਆ, ਉਹਦੇ ਲਈ ਮੰਗ ਜ਼ਰੂਰ ਉੱਠਦੀ ਹੈ। ਗੀਤਕਾਰ ਤੇ ਗਾਇਕ ਵੀ ਇਹ ਕਹਿੰਦੇ ਸੁਣਾਈ ਦਿੰਦੇ ਆ ਕਿ ਜੀ ਤੁਸੀਂ ਸੈਂਸਰ ਬੋਰਡ ਬਣਾਓ ਤੇ ਸਾਡੇ ਗੀਤ ਸੈਂਸਰ ਕਰਕੇ ਹੀ ਚਲਾਓ। ਜਦੋਂ ਪੰਜਾਬ ਦੇ ਸਮਾਜ ਦੀ ਗੱਲ ਆਉਂਦੀ ਹੈ, ਸਮਾਜ ਦੇ ਵਿੱਚ ਕੋਈ ਵੀ ਬੁਰਾਈ ਹੁੰਦੀ ਹੈ ਤਾਂ ਉਹਨੂੰ ਰਿਲੇਟ ਕੀਤਾ ਜਾਂਦਾ ਗੀਤਾਂ ਨਾਲ। ਜੀ ਦੱਸਿਆ ਜਾਂਦਾ ਕਿ ਪੰਜਾਬ ਦੇ ਯੂਥ ਦੇ ਵਿੱਚ ਰੁਝਾਨ ਗੱਡੀਆਂ ਦਾ ਵੱਧ ਰਿਹਾ ਤਾਂ ਉਹ ਗੀਤਾਂ ਕਰਕੇ ਵੱਧ ਰਿਹਾ, ਡਰੱਗਸ ਦਾ ਵੱਧ ਰਿਹਾ ਤਾਂ ਉਹ ਗੀਤਾਂ ਕਰਕੇ ਵੱਧ ਰਿਹਾ, ਹਥਿਆਰਾਂ ਦਾ ਰੁਝਾਨ ਵੱਧ ਰਿਹਾ ਤਾਂ ਉਹ ਗੀਤਾਂ ਕਰਕੇ ਵੱਧ ਰਿਹਾ। ਜੇ ਪੰਜਾਬ ਦੇ ਵਿੱਚ ਲੋਕੀ ਗੈਂਗਸਟਰ ਬਣ ਰਹੇ ਆ ਤਾਂ ਗੀਤਾਂ ਕਰਕੇ ਬਣ ਰਹੇ ਆ। ਪਰ ਇਨਫਲੂਐਂਸ ਤਾਂ ਕਿਤੇ ਨਾ ਕਿਤੇ ਕਰਦੇ ਹੀ ਆ ਗਾਣੇ, ਪੰਜਾਬੀ ਬੇਸ਼ੱਕ ਕਰਦੇ ਆ, ਅਸੀਂ ਇਸ ਚੀਜ਼ ਤੋਂ ਮੁਨਕਰ ਹੋ ਹੀ ਨਹੀਂ ਸਕਦੇ। ਜਦੋਂ ਪੰਜਾਬ ਦੇ ਜਦੋਂ ਅਸੀਂ ਪੁਰਾਣੇ ਸਮੇਂ ਦੇ ਵਿੱਚ ਜਾਂਦੇ ਆ, ਜਦੋਂ ਕਵਿਸ਼ਰੀ ਜੱਥੇ ਲੋਕਾਂ ਨੂੰ ਜੰਗ ਦੇ ਵਿੱਚ ਇਨਸਪਾਇਰ ਕਰ ਸਕਦੇ ਆ, ਜਦੋਂ ਕਵਿਤਾਵਾਂ ਆਜ਼ਾਦੀ ਦੀ ਲੜਾਈ ਦੇ ਵਿੱਚ ਆਜ਼ਾਦੀ ਘੁਲਾਟੀਆਂ ਨੂੰ ਇਨਸਪਾਇਰ ਕਰ ਸਕਦੀਆਂ, ਤਾਂ ਅੱਜ ਦੇ ਯੂਥ ਨੂੰ ਅੱਜ ਦੇ ਗੀਤ ਕਿਉਂ ਨਹੀਂ ਇਨਸਪਾਇਰ ਕਰ ਸਕਦੇ? ਕਰਦੇ ਆ ਬਿਲਕੁਲ। ਕਲਾ ਹੁੰਦੀ ਹੈ, ਕਲਾ ਹਮੇਸ਼ਾ ਇਨਸਪਾਇਰ ਕਰਦੀ ਹੈ ਸੋਸਾਇਟੀ ਨੂੰ। ਸੋਸਾਇਟੀ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਉਹ ਕਲਾ ਦੱਸਦੀ ਹੈ, ਡਾਇਰੈਕਸ਼ਨ ਦਿੰਦੀ ਹੈ। ਤੇ ਕਈ ਜਗ੍ਹਾ ਤੇ ਹੁੰਦਾ ਹੈ ਕਿ ਕਲਾ ਦੇ ਨਾਲ ਹੀ ਰੈਵੋਲੂਸ਼ਨ ਵੀ ਆਉਂਦਾ ਹੈ।
ਤੁਸੀਂ ਦੇਖੋ, ਅਸੀਂ ਹਿਸਟਰੀ ਚੱਕ ਕੇ ਦੇਖ ਲਈਏ, ਇਤਿਹਾਸ ਦੇ ਪੰਨੇ ਫਰੋਲ ਲਈਏ ਤਾਂ ਪੂਰੀ ਦੁਨੀਆ ਦੇ ਵਿੱਚ ਜਦੋਂ ਰੈਵੋਲੂਸ਼ਨ ਆਇਆ ਤਾਂ ਉਹ ਕਲਾਕਾਰਾਂ ਦੀ ਮਿਹਨਤ ਦੇ ਨਾਲ ਆਇਆ, ਕਲਾਕਾਰਾਂ ਦਾ ਵੀ ਸਹਿਯੋਗ ਉਹਦੇ ਵਿੱਚ ਰਿਹਾ। ਜਿੰਨਾ ਆਮ ਲੜਾਕੂਆਂ ਦਾ ਸਹਿਯੋਗ ਹੁੰਦਾ ਹੈ, ਜਿੰਨਾ ਆਜ਼ਾਦੀ ਲਈ ਜਿੰਨਾ ਤਲਵਾਰਾਂ ਕੰਮ ਕਰਦੀਆਂ, ਉਹਨਾਂ ਆਜ਼ਾਦੀ ਲਈ ਸ਼ਬਦ ਵੀ ਕੰਮ ਕਰਦੇ ਆ। ਤੇ ਇਸੇ ਤਰ੍ਹਾਂ ਸੁਸਾਇਟੀ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਹੈ, ਕਿਵੇਂ ਰੱਖਣਾ ਹੈ, ਉਹਦੇ ਵਿੱਚ ਵੀ ਕਲਾ ਦਾ ਯੋਗਦਾਨ ਹੁੰਦਾ ਹੈ ਤੇ ਉਹਦੇ ਲਈ ਲੋਕੀ ਯੋਗਦਾਨ ਪਾਉਂਦੇ ਆ। ਤੇ ਜੇ ਅੱਜ ਅਸੀਂ ਕਹੀਏ ਕਿ ਗੀਤਾਂ ਦਾ ਯੋਗਦਾਨ ਨਹੀਂ ਹੁੰਦਾ, ਜਿਵੇਂ ਗੀਤਾਂ ਦੇ ਵਿੱਚ ਸਵਾਲ ਚੱਕੇ ਜਾਂਦੇ ਆ, ਸਵਾਲ ਚੱਕੇ ਜਾਣਾ ਗੀਤਾਂ ਦੇ ਵਿੱਚ ਲਾਜ਼ਮੀ ਹੈ। ਸਰਕਾਰਾਂ ਨੂੰ ਸਵਾਲ ਚੱਕੇ ਜਾਣ, ਸੁਸਾਇਟੀ ਨੂੰ ਸਵਾਲ ਚੱਕੇ ਜਾਣ, ਸੁਸਾਇਟੀ ਨੂੰ ਪੁੱਛਿਆ ਜਾਵੇ ਕਿ ਤੁਸੀਂ ਕੀ ਕਰ ਰਹੇ ਹੋ ਪੰਜਾਬ ਦੇ ਲਈ, ਪੰਜਾਬ ਦੇ ਯੂਥ ਨੂੰ ਪੁੱਛਿਆ ਜਾਵੇ ਕਿ ਤੁਸੀਂ ਕੀ ਕਰ ਰਹੇ ਹੋ ਪੰਜਾਬ ਲਈ। ਉਹ ਚੀਜ਼ ਬਹੁਤ ਜ਼ਰੂਰੀ ਹੈ। ਜਿੱਥੇ ਗੱਲ ਆਉਂਦੀ ਹੈ ਹਥਿਆਰਾਂ ਦੀ ਜਾਂ ਡਰੱਗਸ ਦੇ ਯੂਜ਼ ਦੀ, ਤਾਂ ਗੀਤਾਂ ਨੂੰ ਇਸ ਤਰ੍ਹਾਂ ਦਾ ਬਣਾਇਆ ਜਾਵੇ ਗੀਤਕਾਰਾਂ ਵੱਲੋਂ ਵੀ ਤੇ ਗਾਇਕਾਂ ਵੱਲੋਂ ਵੀ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਉਹਦੇ ਵਿੱਚ। ਬਿਲਕੁਲ। ਤੇ ਜਿਹੜੇ ਗਾਣੇ ਹੁੰਦੇ ਹੈ ਉਹ ਗੀਤਕਾਰ ਤੇ ਜਿਹੜਾ ਗੀਤ ਗਾਣ ਵਾਲਾ ਹੈ, ਗਾਇਕ ਜਾਂ ਗਾਇਕਾ, ਉਹ ਸੋਚ ਸਮਝ ਕੇ ਉਹ ਚੀਜ਼ ਗਾਉਂਦੇ ਨੇ। ਯਾਦ ਹੋਏਗਾ 2019 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਆਰਡਰ ਪਾਸ ਕੀਤਾ ਸੀ ਅਸ਼ਲੀਲ ਗਾਣਿਆਂ ਨੂੰ ਲੈ ਕੇ ਕਿ YouTube ਤੇ ਜਿਹੜੇ ਇਹ ਗਾਣੇ ਨਹੀਂ ਚੱਲਣੇ ਚਾਹੀਦੇ, ਤੇ ਜੇਕਰ ਇਹ ਗਾਣੇ ਚੱਲਦੇ ਹੈ ਤੇ ਇਸ ਦੇ ਲਈ ਸੰਬੰਧਿਤ ਜ਼ਿਲ੍ਹੇ ਦਾ DSP SSP ਜ਼ਿੰਮੇਦਾਰ ਹੋਣਗੇ। ਸਰਕਾਰ ਨੂੰ ਫਟਕਾਰ ਲਗਾਈ ਸੀ, ਲੇਕਿਨ ਇਸ ਦੇ ਬਾਵਜੂਦ ਉਹ ਗਾਣੇ ਚਲੇ। ਇਸ ਤਰੀਕੇ ਦੇ ਗਾਣੇ ਹੋਰ ਵੀ ਬਣ ਰਹੇ ਨੇ, ਯਾਨੀ ਕਿ ਜੇਕਰ ਬੈਨ ਕਰਨਾ ਸੀ ਤੇ ਉਹਨਾਂ ਗਾਣਿਆਂ ਨੂੰ ਬੈਨ ਕਰਨਾ ਸੀ, ਲੇਕਿਨ ਉਹ ਨਹੀਂ ਕੀਤਾ ਗਿਆ। ਹਾਲਾਂਕਿ ਇਹ ਸਾਰੀ ਚੀਜ਼ਾਂ ਜਿਹੜੀ ਹੈ ਸਰਕਾਰ ਨੇ ਦੇਖਣੀ ਹੈ, ਕਿਉਂਕਿ ਕਈ ਵਾਰੀ ਜਿਵੇਂ ਅਸੀਂ ਕਹਿੰਦੇ ਹਾਂ ਕਿ ਗਾਣੇ ਇਨਫਲੂਐਂਸ ਕਰਦੇ ਹੈ ਚੰਗੇ ਵੇਚ ਵੀ ਤੇ ਨੈਗੇਟਿਵ ਵੇਚ ਵੀ, ਲੇਕਿਨ ਜਿਸ ਤਰੀਕੇ ਦਾ ਗਾਣਾ ਇਹ ਆਇਆ, ਇਸ ਵਿੱਚ ਇੱਕ ਇਮੋਸ਼ਨ ਦੇ ਤੌਰ ਤੇ ਆਪਣੀ ਗੱਲ ਜੈਨੀ ਜੋਹਲ ਵੱਲੋਂ ਰੱਖੀ ਗਈ। ਸਰਕਾਰ ਨੂੰ ਉਸ ਨੂੰ ਕਿਸ ਤਰੀਕੇ ਦੇ ਨਾਲ ਲੈਣਾ ਚਾਹੀਦਾ ਸੀ, ਕਿਸ ਤਰੀਕੇ ਦੇ ਨਾਲ ਡੀਲ ਕਰਨਾ ਚਾਹੀਦਾ ਸੀ, ਇਹ ਲੋਕੀ ਹੱਲੇ ਵੀ ਸਵਾਲ ਪੁੱਛ ਰਹੇ ਕਿ ਆਖਿਰ ਗਾਣੇ ਨੂੰ क्यों बैन किया गया, किस चीज़ का कॉपीराइट है, सवाल पूछ रहे ने वो। तो इस सवाल का जवाब है जो वो सरकार नूं देना चाहिए है। विरोधी तो सवाल चुकणगे सरकार ते कि ये जिहड़ा गला घोटिया जा रहा है डेमोक्रेसी का, या फिर पंजाब नूं जिहड़ा है जिथे पंजाब विच पंजाबियां दी हालत बद तो बदतर हो रही है, वो चीज़ां ने देख के एक गाना बैन कर रहे हैं। तो इन्हां सारी चीज़ां नूं लैके सियासत तो होंदी रहेगी, लेकिन सवाल ये बनता है कि आखिर गाणियां नूं लैके सरकार का किन्ना की रोल रहिंदा है, खासकर वो भी तद जदों इमोशन तौर ते सरकार तो सिंबॉलिक वे विच सवाल पूछा जाए। तो अज दे लई इन्ना ही, कल फिर मिलांगे एक नवे मुद्दे नूं लैके। जिन्ने भी पैनलिस्ट बैठे सीगे बहुत बहुत धन्नवाद सारियां दा। ते कल फिर मिलदे एक नवे मुद्दे नूं लैके, तद तक मैनूं दिओ इजाजत। सत श्री अकाल।